ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਆਨਿਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਬੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਵਾਹਿਗੁਰੂ ਵਾਹਿਗੁਰੂ
ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਦਿਲੋਂ ਮੁਹੱਬਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀ, ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਕੁਝ ਨਵੇਂ ਸਰੋਤੇ ਹੁੰਦੇ ਹੈ, ਜਿਸ ਕਰਕੇ ਕੁਝ ਮੁੱਢਲੀਆਂ ਗੱਲਾਂ ਕਹਿ ਦੇਵਾਂ, ਕਿਉਂਕਿ ਹਰ ਦੀਵਾਨ ਦੀ ਸ਼ੁਰੂਆਤ ਤੇ ਲਾਜ਼ਮੀ ਕਿਹਾ ਜਾਂਦਾ ਹਰ ਪਿੰਡ ਵਿੱਚ। ਜਦੋਂ ਵੀ ਆਪਾਂ ਘਰੋਂ ਤੁਰਦੇ ਹਾਂ, ਸਾਡੇ ਮਨ ਦੇ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਸਤਿਗੁਰੂ ਜੀ ਦੇ ਸਕੂਲ ਵਿੱਚ ਸੱਚਾ ਗਿਆਨ ਲੈਣ ਵਾਸਤੇ ਜਾ ਰਹੇ ਹਾਂ। ਗੁਰੂ ਦੇ ਦਰ ਤੇ ਗਿਆਨ ਲੈਣ ਵਾਸਤੇ ਆਈਦਾ, ਗੇੜਾ ਦੇਣ ਨਹੀਂ ਆਈਦਾ। ਜਿਸ ਤਰ੍ਹਾਂ ਜੇ ਕੋਈ ਵਿਦਿਆਰਥੀ ਹੈ, ਸਟੂਡੈਂਟ ਹੈ, ਜੇ ਉਹ ਸਕੂਲ ਕਾਲਜ ਦਾ ਗੇੜਾ ਦੇ ਆਉਂਦਾ ਹੈ ਤਾਂ ਡਿਗਰੀਆਂ ਨਹੀਂ ਕਰ ਜਾਂਦਾ। ਬਹੁਤ ਐਸੇ ਹੁੰਦੇ ਆ ਜਿਹੜੇ ਕਾਲਜਾਂ ਦਾ ਗੇੜਾ ਦੇ ਆਉਂਦੇ ਆ, 2-4 ਸਾਲ ਗੇੜੇ ਦੇ ਕੇ ਘਰੇ ਬਹਿ ਜਾਂਦੇ ਆ ਵੀ ਕਾਲਜ ਜਾਂਦਾ ਸੀ, ਫਿਰ ਕੀ ਗੱਲ ਡਿਗਰੀ ਕਿਉਂ ਨਾ ਕੀਤੀ, ਕੋਈ ਕਲਾਸ ਤੱਕ ਦੇ ਬੈਠੇ ਹੀ ਨਹੀਂ ਸੀ। ਆਪਣੇ ਅਧਿਆਪਕ ਨੂੰ, ਆਪਣੇ ਪ੍ਰੋਫੈਸਰ ਨੂੰ ਧਿਆਨ ਲਾ ਕੇ ਸੁਣੇ ਹੀ ਨਹੀਂ, ਤੇ ਕਾਲਜਾਂ ਦੇ ਗੇੜੇ ਮਾਰ ਕੇ ਡਿਗਰੀਆਂ ਨਹੀਂ ਮਿਲਦੀਆਂ, ਤੇ ਗੁਰਦੁਆਰੇ ਦੇ ਗੇੜੇ ਮਾਰ ਕੇ ਗਿਆਨ ਨਹੀਂ ਮਿਲਦਾ। ਬਹੁਤ ਦੁਨੀਆ ਅੱਜ ਧਰਮ ਸਥਾਨ ਤੇ ਗੇੜਾ ਮਾਰਨ ਨੂੰ ਹੀ ਧਰਮ ਸਮਝੀ ਬੈਠੀ ਹੈ। ਜਾਏ ਜੀ ਗੁਰਦੁਆਰੇ, ਜਾਏ ਜੀ, ਬਸ ਮੱਥਾ ਟੇਕ ਲਿਆ, ਭਾਈ ਨੇ 2 ਪਤਾਸੇ ਦੇਤੇ, ਮੁੜ ਗਏ ਗੇੜਾ ਦੇ ਕੇ। ਏਦਾਂ ਕੁਛ ਨਹੀਂ ਮਿਲਣਾ। ਗੁਰੂ ਦਾ ਦਰ ਗੇੜਾ ਦੇਣ ਵਾਸਤੇ ਨਹੀਂ, ਗੁਰੂ ਦਾ ਦਰ ਗਿਆਨ ਲੈਣ ਵਾਸਤੇ ਹੈ। ਆਓ ਜੀ ਆਇਆਂ ਨੂੰ, ਬੈਠੋ। ਕੋਈ ਵੀ ਗੁਰਮੁਖ ਬਾਣੀ ਦੀ ਵਿਚਾਰ ਸੁਣਾਵੇ ਤੇ ਸੰਗਤ ਬੈਠ ਕੇ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਸੁਣੇ। ਗੁਰਦੁਆਰਾ ਸਾਹਿਬ ਸਤਿਗੁਰ ਜੀ ਦੀ ਪਾਠਸ਼ਾਲਾ ਹੈ, ਸੱਚਾ ਗਿਆਨ ਲੈਣ ਵਾਸਤੇ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਏਤ ਦੁਆਰੇ ਧੋਏ ਹੱਛਾ ਹੋਈ ਸੀ। ਗੁਰੂ ਦੇ ਦਰ ਤੇ ਆ ਕੇ ਸੋਝੀ ਪ੍ਰਾਪਤ ਕਰਨੀ ਹੈ। ਸੋਝੀ ਕਹਿ ਲੋ, ਗਿਆਨ ਕਹਿ ਲੋ। ਏਤ ਦੁਆਰੇ ਧੋਏ, ਇਸ ਦਰ ਤੇ ਆ ਕੇ ਅਸੀਂ ਆਪਣੇ ਮਨ ਦੀ ਮੈਲ ਨੂੰ ਧੋਣਾ ਹੈ। ਹੱਛਾ ਹੋਏ ਸੀ, ਫਿਰ ਸਾਡਾ ਜਿਹੜਾ ਮਨ ਹੈ ਸ਼ੁੱਧ ਹੋ ਜਾਂਦਾ ਹੈ। ਮਨ ਸ਼ੁੱਧ ਹੋ ਗਿਆ, ਸਾਡਾ ਸਾਰਾ ਜੀਵਨ ਹੀ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਤਨ ਨੂੰ ਧੋ ਕੇ ਸਰੀਰ ਪਵਿੱਤਰ ਨਹੀਂ ਹੁੰਦਾ। ਸਰੀਰ ਪਵਿੱਤਰ ਤਾਂ ਹੁੰਦਾ ਹੈ ਜੇ ਸਰੀਰ ਵਿਚਲਾ ਮਨ ਪਵਿੱਤਰ ਹੋ ਗਿਆ। ਜੇ ਮਨ ਪਵਿੱਤਰ ਹੈ ਤਾਂ ਅਸੀਂ ਸਰੀਰ ਦੇ ਨਾਲ ਵੀ ਪਵਿੱਤਰ ਕੰਮ ਕਰਾਂਗੇ। ਜੇ ਸਾਡਾ ਮਨ ਗੰਦਾ ਹੈ, ਸਰੀਰ ਨਾਲ ਵੀ ਗੰਦੇ ਕੰਮ ਕਰਾਂਗੇ। ਮਨ ਗੰਦਾ ਹੈ, ਅੱਖਾਂ ਗੰਦ ਵੇਖਣਗੀਆਂ, ਗੰਦੀਆਂ ਪਿਕਚਰਾਂ ਵੇਖਣਗੀਆਂ, ਗੰਦੇ ਨਾਵਲ ਪੜ੍ਹਨਗੀਆਂ, ਕੰਨ ਗੰਦੇ ਗੀਤ ਸੁਣਨਗੇ ਜੇ ਮਨ ਗੰਦਾ ਹੈ। ਜੀਭ ਗੰਦ ਬੋਲੂ, ਪੈਰ ਗੰਦੇ ਪਾਸੇ ਜਾਣਗੇ, ਹੱਥ ਗੰਦੇ ਕੰਮ ਕਰਨਗੇ। ਭਾਵ ਜੇ ਸਾਡਾ ਮਨ ਮੈਲਾ ਹੈ ਤਾਂ ਸਰੀਰ ਦਾ ਹਰ ਇੱਕ ਅੰਗ ਹੀ ਮੈਲਾ ਹੈ। ਗੁਰਬਾਣੀ ਦਾ ਫਰਮਾਨ ਹੈ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਗੁਰੂ ਜੀ ਫਰਮਾਨ ਕਰਦੇ ਹਨ, ਜੇ ਮਨ ਮੈਲਾ ਤਾਂ ਭਾਈ ਸਭ ਕੁਛ ਹੀ ਮੈਲਾ ਹੈ। ਮਨ ਮੈਲਾ, ਸਭ ਕਿਛ ਦਾ ਅਰਥ ਸਮਝ ਗਏ ਨਾ? ਸਭ ਕਿਛ ਵੀ ਜੀਵ, ਅੱਖਾਂ, ਕੰਨ, ਹੱਥ, ਪੈਰ, ਸਾਰੇ ਹੀ ਗਿਆਨ, ਕਰਮ, ਇੰਦਰੇ। ਜੇ ਮਨ ਮੈਲਾ ਤਾਂ ਭਾਈ ਸਭ ਕੁਛ ਹੀ ਮੈਲਾ। ਮਨ ਮੈਲਾ, ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਨੂੰ ਧੋ ਕੇ ਮਨ ਦੀ ਸਫਾਈ ਨਹੀਂ ਹੁੰਦੀ।
ਸਰੀਰ ਨੂੰ ਧੋਤਿਆਂ ਮਨ ਨੇ ਤਾਂ ਕੀ ਪਵਿੱਤਰ ਹੋਣਾ ਹੈ, ਸਰੀਰ ਨੂੰ ਧੋਤਿਆਂ ਤਾਂ ਤਨ ਵੀ ਪਵਿੱਤਰ ਨਹੀਂ ਹੁੰਦਾ। ਇਹ ਨਾ ਸਮਝੋ ਵੀ ਆਪਾਂ ਜਦੋਂ ਪਾਣੀ ਦੇ ਨਾਲ ਇਸ਼ਨਾਨ ਕਰ ਲੈਂਦੇ ਹਾਂ ਵੀ ਉਸ ਵੇਲੇ ਅਸੀਂ ਪਵਿੱਤਰ ਹੋ ਗਏ ਇਸ਼ਨਾਨ ਕਰਕੇ। ਨਾ ਜੀ, ਸਫਾਈ ਹੋ ਗਈ ਸਰੀਰ ਦੀ। ਜੇ ਗਰਮੀ ਮੁੜਕਾ ਆਇਆ ਤਾਂ ਮੁੜਕਾ ਸਾਫ਼ ਹੋ ਗਿਆ, ਜੇ ਮਿੱਟੀ ਘੱਟਾ ਪਿਆ ਤਾਂ ਮਿੱਟੀ ਘੱਟਾ ਲੈ ਗਿਆ, ਜੇ ਥੋੜੀ ਸੁਸਤੀ ਜੀ ਪਈ ਹੋਈ ਹੈ ਚਲੋ ਸੁਸਤੀ ਵੀ ਦੂਰ ਹੋ ਜਾਂਦੀ ਹੈ, ਨਹਾ ਕੇ ਚੁਸਤ ਜੀ ਹੋ ਜਾਈਦਾ, ਥੋੜਾ ਜਿਹਾ ਹਨਾ ਅਲਰਟ ਕਹਿ ਲੋ, ਸੁਚੇਤ ਹੋ ਜਾਈਦਾ। ਸਰੀਰਕ ਇਸ਼ਨਾਨ ਕਰਕੇ ਕੋਈ ਪਵਿੱਤਰ ਨਹੀਂ ਹੋ ਜਾਂਦਾ। ਸਰੀਰਕ ਇਸ਼ਨਾਨ ਕਰਕੇ ਮਨ ਨੇ ਤਾਂ ਕੀ ਪਵਿੱਤਰ ਹੋਣਾ, ਤਨ ਵੀ ਪਵਿੱਤਰ ਨਹੀਂ ਹੁੰਦਾ। ਤਨ ਤਾਂ ਉਦੋਂ ਪਵਿੱਤਰ ਹੈ ਜੇ ਮਨ ਪਵਿੱਤਰ ਹੈ। ਜੇ ਮਨ ਸ਼ੁੱਧ ਹੈ ਤਾਂ ਅਸੀਂ ਸਰੀਰ ਦੇ ਨਾਲ ਕੋਈ ਬੁਰਾ ਕੰਮ ਕਰ ਹੀ ਨਹੀਂ ਸਕਦੇ। ਜੇ ਮਨ ਗੰਦਾ ਹੈ ਤਾਂ ਸਰੀਰ ਨਾਲ ਵੀ ਗੰਦੇ ਕੰਮ ਕਰਾਂਗੇ। ਇਸ਼ਨਾਨ ਕਰਕੇ ਵਾਰੀ ਵਾਰੀ ਚੇਤੇ ਰੱਖਿਓ, ਸਰੀਰ ਸਾਡਾ ਸੁੱਚਾ ਨਹੀਂ ਹੋ ਜਾਂਦਾ, ਪਵਿੱਤਰ ਨਹੀਂ ਹੋ ਜਾਂਦਾ। ਗੁਰੂ ਬਾਬਾ ਜੀ ਦਾ ਫੈਸਲਾ ਹੈ, ਸੂਚੇ ਇਹ ਨਾ ਆਖੀਆਂ ਹੈ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਗੁਰੂ ਬਾਬਾ ਜੀ ਕਹਿੰਦੇ ਜਿਹੜੇ ਸਿਰਫ ਸਰੀਰ ਧੋ ਕੇ ਬੈਠ ਜਾਂਦੇ ਐ, ਸਰੀਰ ਧੋਤਿਆਂ ਹੀ ਕੋਈ ਸੁੱਚੇ ਪਵਿੱਤਰ ਨਹੀਂ ਹੋ ਜਾਂਦੇ। ਇਹਨਾਂ ਨੂੰ ਸੁੱਚੇ ਪਵਿੱਤਰ ਨਹੀਂ ਆਖਿਆ ਜਾ ਸਕਦਾ ਵੀ ਜਿਨ੍ਹਾਂ ਨੇ ਸਿਰਫ ਸਰੀਰਕ ਇਸ਼ਨਾਨ ਕਰ ਲਿਆ। ਨਾ, ਸੂਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ। ਗੁਰੂ ਬਾਬਾ ਜੀ ਕਹਿੰਦੇ ਸੁੱਚੇ ਉਹ ਐ ਜਿਨ ਮਨ ਵਸਿਆ ਸੋਏ, ਜਿਹਦੇ ਮਨ ਵਿੱਚੋਂ ਪਰਮਾਤਮਾ ਵਸ ਗਿਆ। ਤੇ ਨਹੀਂ ਤਾਂ ਫਿਰ ਅਸੀਂ ਗੰਦੇ ਹਾਂ, ਮੈਲੇ ਹਾਂ। ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ ਹੈ, ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ ਹੈ। ਮਨ ਪਵਿੱਤਰ ਹੋ ਗਿਆ ਫਿਰ ਪਵਿੱਤਰ ਕੰਮ ਕਰਾਂਗੇ। ਇੱਕ ਫੈਸਲਾ ਹੋਰ ਲੈ ਲਓ, ਗਿਆਨ ਮਹਾ ਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋ। ਗੁਰੂ ਜੀ ਕਹਿੰਦੇ ਭਾਈ ਗਿਆਨ ਦਾ ਇਸ਼ਨਾਨ ਕਰਿਆ ਕਰੋ। ਗਿਆਨ ਦਾ ਇਸ਼ਨਾਨ ਕਰਕੇ ਮਨ ਤੇ ਤਨ ਦੋਨੋਂ ਹੀ ਪਵਿੱਤਰ ਹੋ ਜਾਂਦੇ ਐ। ਦੁਬਾਰਾ ਫਿਰ ਪੰਕਤੀ ਪੜੋ, ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਗੁਰੂ ਜੀ ਕਹਿੰਦੇ ਭਾਈ ਫਿਰ ਮਨ ਤੇ ਤਨ ਦੋਨੇ ਹੀ ਪਵਿੱਤਰ ਹੋ ਜਾਂਦੇ ਐ। ਜਦੋਂ ਮਨ ਪਵਿੱਤਰ ਹੋ ਗਿਆ ਤਨ ਪਵਿੱਤਰ ਹੋ ਗਿਆ। ਇਸ ਕਰਕੇ ਭਾਈ ਆਪਾਂ ਗੁਰੂ ਦੇ ਦਰ ਤੇ ਪਵਿੱਤਰ ਹੋਣ ਵਾਸਤੇ ਆਏ ਐ। ਗੁਰੂ ਦੇ ਦਰ ਤੇ ਆਪਾਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਮਨ ਦੀ ਮੈਲ ਨੂੰ ਧੋਣ ਵਾਸਤੇ ਆਏ। ਇੱਥੇ ਆਉਣ ਦਾ ਮਕਸਦ ਪਤਾ ਲੱਗ ਗਿਆ ਨਾ ਆਪਾਂ ਨੂੰ ਵੀ ਗੁਰੂ ਦੇ ਦਰ ਤੇ ਆਉਣ ਦਾ ਸਾਡਾ ਮਕਸਦ ਕੀ ਹੈ। ਮਕਸਦ, ਪਰਪਜ, ਉਦੇਸ਼, ਟੀਚਾ, ਲਕਸ਼। ਕਿਉਂਕਿ ਜੇ ਅਸੀਂ ਮਕਸਦ ਲੈ ਕੇ ਆਏ ਆਂ ਘਰੋਂ ਫੇਰ ਹੀ ਲਾਹਾ ਲਾਵਾਂਗੇ ਨਾ। ਜਿਹਦੇ ਘਰ ਵਿੱਚ ਇਹ ਹੋਵੇ ਚੱਲ ਆਪਾਂ ਤਾਂ ਗੇੜੀ ਦੇ ਕੇ ਆਉਣੇ ਆ, ਫਿਰ ਉਹ ਸੁਣ ਨਹੀਂ ਸਕਦੇ ਕਿਉਂਕਿ ਮਨ ਵਿੱਚ ਪਹਿਲਾਂ ਹੀ ਭਾਵਨਾ ਨਹੀਂ। ਇਹ ਹਰ ਦੀਵਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਸੰਗਤਾਂ ਬਹੁਤ ਸਿਆਣੀਆਂ ਹੋ ਗਈਆਂ ਹੁਣ, ਕਿਉਂਕਿ ਵਾਰ-ਵਾਰ ਇਹ ਗੱਲਾਂ ਰਿਪੀਟ ਕੀਤੀਆਂ, ਸਾਰਿਆਂ ਨੂੰ ਇਹ ਗੱਲਾਂ ਸਮਝ ਆ ਗਈਆਂ। ਇਹ ਦੁਬਾਰਾ ਕਿਉਂ ਕਹਿਣਾ ਪੈਂਦਾ ਵੀ ਕੁਝ ਸਰੋਤੇ ਹਰ ਥਾਂ ਤੇ ਨਵੇਂ ਹੁੰਦੇ ਆ। ਇਹ ਹੈ ਜੀ ਗੁਰੂ ਦੇ ਦਰ ਤੇ ਆਉਣ ਦਾ ਆਪਣਾ ਮਕਸਦ। ਗੇੜਾ ਮਾਰਨ ਵਾਸਤੇ ਨਹੀਂ ਗੁਰੂ ਦਾ ਦਰ, ਇਹਨੂੰ ਧਿਆਨ ਚ ਰੱਖਿਓ। ਗੇੜੇ ਮਾਰ ਕੇ ਕੁਛ ਨਹੀਂ ਮਿਲਦਾ, ਭਾਵੇਂ ਕੋਈ 100 ਗੇੜੇ ਮਾਰ ਜੇ ਤਾਂ ਵੀ ਕੁਛ ਨਹੀਂ ਮਿਲਦਾ। ਹਰ ਫੈਸਲਾ ਗੁਰਬਾਣੀ ਦਾ ਪ੍ਰਮਾਣ ਲੈ ਲਿਆ ਕਰੋ ਨਾਲ ਦੀ ਨਾਲ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਗੁਰੂ ਜੀ ਕਹਿੰਦੇ ਭਾਈ ਜੇ ਤੁਹਾਨੂੰ ਪ੍ਰਤੀਤ ਹੈ ਨਹੀਂ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਜੇ ਸੱਚੀ ਬਾਣੀ ਤੇ ਵਿਸ਼ਵਾਸ ਨਾ ਆਇਆ, ਜੇ ਪ੍ਰਤੀਤ ਨਾ ਕੀਤੀ ਵੀ ਬਾਣੀ ਦਾ ਇੱਕ ਇੱਕ ਵਚਨ ਸੱਤ ਹੈ, ਪ੍ਰਤੀਤ ਹੋਣੀ ਚਾਹੀਦੀ ਹੈ। ਬਾਣੀ ਨਾਲ ਪਿਆਰ ਪਾਉਣਾ, ਜੇ ਬਾਣੀ ਨਾਲ ਪਿਆਰ ਨਾ ਪਿਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ। ਜਿਹਨੂੰ ਗੁਰਬਾਣੀ ਤੇ ਯਕੀਨ ਨਹੀਂ, ਗੁਰਬਾਣੀ ਨਾਲ ਪਿਆਰ ਹੈ ਨਹੀਂ, ਉਹ ਭਾਵੇਂ 100 ਗੇੜਾ ਦੇ ਜੇ। 100 ਗੇੜਾ ਮਾਰ ਕੇ ਵੀ ਕੁਛ ਨਹੀਂ ਮਿਲਣਾ। ਸਿੱਧ ਹੋ ਗਿਆ ਹਰ ਗੱਲ। ਸੋ ਸਿੱਧ ਹੋ ਗਿਆ ਜੀ ਬਾਣੀ ਤੋਂ ਗੁਰੂ ਦਾ ਦਰ ਗੇੜੇ ਮਾਰਨ ਵਾਸਤੇ ਨਹੀਂ ਹੁੰਦਾ, ਗਿਆਨ ਲੈਣ ਵਾਸਤੇ ਹੁੰਦਾ ਹੈ। ਇਸ ਕਰਕੇ ਮਨ ਵਿੱਚ ਇਹ ਭਾਵਨਾ ਲੈ ਕੇ ਆਉਣੀ ਹੈ। ਪਹਿਲਾ ਨੁਕਤਾ ਆਪਾਂ ਸਮਝ ਲਿਆ। ਅਗਲਾ ਨੁਕਤਾ ਫਿਰ ਕਹਿੰਦੇ ਆ, ਨਮਸਕਾਰ ਕੀਤੀ ਆਪਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ। ਭਾਵ ਕੀ ਹੋ ਗਿਆ ਕਿ ਆਪਣੀ ਮਨਮੱਤ ਛੱਡੀ ਤੇ ਗੁਰੂ ਦੀ ਮੱਤ ਆਪਣੇ ਮੱਥੇ ਵਿੱਚ ਟਿਕਾ ਲੈਣੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਟੇਕ ਕੇ ਗੁਰੂ ਦੀ ਮੱਤ ਨੂੰ ਆਪਣੇ ਮੱਥੇ ਵਿੱਚ ਨਾ ਟਿਕਾਇਆ ਤੇ ਮੱਥਾ ਟੇਕਣ ਦਾ ਕੀ ਸਵਾਦ ਆਇਆ।
ਮੱਥਾ ਟੇਕਣ ਦਾ ਭਾਵ ਕੀ ਹੈ? ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ, ਸਮਰਪਣ, ਆਪਣੀ ਮਨਮਰਜ਼ੀ ਛੱਡੀ, ਗੁਰੂ ਦੀ ਬਾਣੀ ਦੇ ਗਿਆਨ ਮੁਤਾਬਕ ਜਿਉਣ ਦਾ ਪ੍ਰਣ ਕਰ ਲਿਆ। ਇਹ ਹੈ ਮੱਥਾ ਟੇਕਣ ਦੇ ਪਿੱਛੇ ਸਿਧਾਂਤ, ਕਨਸੈਪਟ। ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਨਮਸਕਾਰ ਕਰਕੇ ਕਹਿ ਲੋ ਆਪਣੀ ਮਨਮੱਤ ਨਹੀਂ ਛੱਡੀ ਤੇ ਗੁਰੂ ਦੀ ਮੱਤ ਨਹੀਂ ਲਈ, ਫਿਰ ਮੱਥਾ ਟੇਕਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸੀਸ ਨਵਾਇਆ ਕਿਆ ਥੀਆ ਜਾਂ ਰਿਦਾ ਤੋ ਸੁੱਧੇ ਜਾਹੇ। ਗੁਰੂ ਜੀ ਕਹਿੰਦੇ ਜੇ ਖੋਟੇ ਦੇ ਲਈ ਚੱਕੀ ਫਿਰਦੇ ਹੋ ਫਿਰ ਮੱਥੇ ਟੇਕਣ ਦਾ ਕੀ ਹੈ? ਗੁਰੂ ਨਹੀਂ ਵੇਖਦਾ ਤੇਰੇ ਹੱਥ ਵਿੱਚ ਕੀ ਹੈ, ਗੁਰੂ ਨਹੀਂ ਵੇਖਦਾ ਤੇਰੀ ਜੇਬ ਵਿੱਚ ਕੀ ਹੈ, ਗੁਰੂ ਤਾਂ ਵੇਖਦਾ ਤੇਰੇ ਦਿਲ ਵਿੱਚ ਕੀ ਹੈ। ਖੋਟ ਕੱਢਦਾ ਜਲਦਾ, ਗੱਲ ਮੰਨਦਾ ਹੈ ਤਾਂ ਨਮਸਕਾਰ ਕੀਤੀ ਲੇਖੇ ਵਿੱਚ ਹੈ। ਗੁਰੂ ਇਹ ਨਹੀਂ ਦੇਖਦਾ ਵੀ ਤੂੰ 100 ਦਾ ਟੇਕਿਆ ਕਿ 50 ਦਾ ਟੇਕਿਆ ਕਿ ਕੀ ਟੇਕਿਆ। ਗੁਰੂ ਤਾਂ ਤੇਰਾ ਦਿਲ ਵੇਖਦਾ ਵੀ ਤੇਰੇ ਦਿਲ 'ਚ ਕੀ ਹੈ, ਹੱਥ 'ਚ ਕੀ ਹੈ। ਹੱਥਾਂ ਕੰਨੀ ਤੇ ਜੇਬਾਂ ਕੰਨੀ ਤਾਂ ਠੱਗ ਦੇਖਦੇ ਹੁੰਦੇ ਐ। ਗੁਰੂ ਕਿਸੇ ਦੇ ਹੱਥ ਤੇ ਜੇਬ ਵੱਲ ਨਹੀਂ ਵੇਖਦਾ, ਗੁਰੂ ਤਾਂ ਦਿਲ ਵੱਲ ਵੇਖਦਾ ਵੀ ਕਿਸ ਭਾਵਨਾ ਨਾਲ ਹੈ। ਗਿਆਨ ਲੈਣਾ ਹੈ, ਜੀ ਆਇਆਂ ਨੂੰ ਫਿਰ ਤਾਂ ਕਿ ਐਵੇਂ ਗੇੜੇ ਦੇਣ ਆਏ। ਇਸ ਕਰਕੇ ਏਦਾਂ ਸ਼ੁੱਧ ਭਾਵਨਾ ਨਾਲ ਗੁਰੂ ਦੇ ਦਰ ਤੇ ਆਉਣਾ। ਹਰ ਗੱਲ ਬਾਣੀ ਚੋਂ ਪ੍ਰਮਾਣ ਆਪਾਂ ਲੈ ਲਿਆ। ਸੱਚੇ ਮਨੋਂ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਨੂੰ। ਮਨਮਰਜ਼ੀ ਛੱਡਤੀ, ਮੁੜ ਕੇ ਕਿਸੇ ਹੋਰ ਥਾਂ ਤੇ ਮੱਥਾ ਨਹੀਂ ਟੇਕਣਾ, ਕਿਉਂਕਿ ਸੀਸ ਗੁਰੂ ਨੂੰ ਦੇ ਦਿੱਤਾ। ਗੁਰੂ ਨੂੰ ਦਿੱਤਾ ਹੋਇਆ ਸੀਸ ਹੁਣ ਕਿਤੇ ਹੋਰ ਨਹੀਂ ਰੱਖਿਆ ਜਾ ਸਕਦਾ। ਕਿਸੇ ਕਬਰ ਤੇ, ਕਿਸੇ ਸਮਾਧ ਤੇ, ਕਿਸੇ ਬਾਬੇ ਪੀਰ ਤੇ, ਕਿਸੇ ਬੁੱਤ ਮੂਰਤੀ ਅੱਗੇ ਸਿੱਖ ਦਾ ਸਿਰ ਨਹੀਂ ਝੁਕਦਾ। ਇਹ ਕੱਟੜਤਾ ਨਹੀਂ ਜੀ, ਇਹ ਪਰਪੱਕਤਾ ਹੈ। ਅਸੀਂ ਪਰਪੱਕ ਹਾਂ, ਕੱਟੜ ਬਿਲਕੁਲ ਨਹੀਂ। ਕੱਟੜਤਾ ਕੀ ਹੁੰਦੀ ਹੈ? ਕਿਸੇ ਦੀ ਧੌਣ ਤੇ ਤਲਵਾਰ ਰੱਖ ਕੇ ਜ਼ਬਰਦਸਤੀ ਕਿਸੇ ਤੋਂ ਆਪਣੀ ਗੱਲ ਮਨਵਾਉਣੀ ਵੀ ਨਹੀਂ ਤਾਂ ਵੱਢੂੰਗਾ ਤੇ ਨਹੀਂ ਮੇਰੀ ਗੱਲ ਮੰਨਣਾ। ਇਹਨੂੰ ਕੱਟੜਤਾ ਕਹਿੰਦੇ ਆ। ਕੱਟੜ ਅਸੀਂ ਬਿਲਕੁਲ ਨਹੀਂ, ਅਸੀਂ ਪਰਪੱਕ ਹਾਂ, ਸੁਹਾਗਣ ਵਾਲੀ ਪਰਪੱਕਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗਿਆਨ ਤੋਂ ਬਿਨਾਂ ਸਾਡਾ ਹੋਰ ਕਿਸੇ ਨਾਲ ਕੋਈ ਸੰਬੰਧ ਨਹੀਂ। ਇਹ ਪਰਪੱਕਤਾ ਹੈ ਤੇ ਸਿੱਖ ਨੇ ਪਰਪੱਕ ਹੋਣਾ ਹੈ। ਮੁੜ ਕੇ ਮੱਥਾ ਨਹੀਂ ਕਿਤੇ ਟੇਕਣਾ। ਜੇ ਮੱਥਾ ਟੇਕਤਾ ਨਾ ਤੁਸੀਂ ਕਿਸੇ ਕਬਰ ਸਮਾਧ ਤੇ, ਕਿਸੇ ਬੁੱਤ ਮੂਰਤੀ ਅੱਗੇ, ਕਿਸੇ ਬਾਬੇ ਪੀਰ ਤੇ, ਇਹ ਗੁਰੂ ਦੇ ਸਿੱਖ ਨਹੀਂ। ਫਿਰ ਗੁਰੂ ਦੇ ਸਿੱਖ ਨਹੀਂ। ਇਸ ਕਰਕੇ ਕਿਉਂਕਿ ਸੀਸ ਗੁਰੂ ਦਾ ਹੈ ਨਾ, ਸੀਸ ਗੁਰੂ ਦਾ ਗੁਰੂ ਨੂੰ ਦੇਤਾ। ਗੁਰੂ ਨੂੰ ਦਿੱਤਾ ਹੋਇਆ ਸੀਸ ਫਿਰ ਹੋਰ ਕਿਤੇ ਕਿਵੇਂ ਟਿਕੂਗਾ? ਜੇ ਥਾਂ ਥਾਂ ਤੇ ਮੱਥੇ ਟੇਕਦੇ ਹੋ ਤਾਂ ਇਹਦਾ ਭਾਵ ਗੁਰੂ ਨੂੰ ਤੁਸੀਂ ਝੂਠੀ ਮੁੱਠੀ ਮੱਥਾ ਟੇਕਦੇ ਹੋ। ਝੂਠੀ ਮੁੱਠੀ ਇਹ ਠੇਠ ਪੰਜਾਬੀ ਹੈ, ਭਾਵ ਉਤਲੇ ਮਨੋਂ। ਉਤਲੇ ਮਨੋਂ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ। ਲੈ ਹੁਣ ਸਾਰੇ ਇਹ ਚੰਗੀ ਤਰ੍ਹਾਂ ਦ੍ਰਿੜ ਕਰ ਲਿਓ, ਸਾਰੀਆਂ ਮਾਵਾਂ, ਭੈਣਾਂ, ਧੀਆਂ, ਵੀਰ, ਬਜ਼ੁਰਗ, ਮੁੜ ਕੇ ਮੱਥਾ ਨਾ ਕਿਤੇ ਟੇਕਿਓ। ਇਹ ਤੁਹਾਨੂੰ ਕੱਚੇ ਪਿੱਲੇ ਕੱਟੜ ਵੀ ਕਹਿਣਗੇ, ਉਹਨਾਂ ਨੂੰ ਸਮਝਾ ਦਿਆ ਕਰੋ ਵੀ ਕੱਟੜ ਨਹੀਂ, ਅਸੀਂ ਪਰਪੱਕ ਹਾਂ। ਸੀਸ ਗੁਰੂ ਦਾ, ਇਹ ਸੀਸ ਨਹੀਂ ਝੁਕਦਾ ਕਿਤੇ ਹੋਰ। ਇਹ ਪਰਪੱਕਤਾ ਪੈਦਾ ਕਰੋ, ਕਿਉਂਕਿ ਅੱਜ ਸਿੱਖ ਵਿੱਚ ਮਾਫ ਕਰਨਾ ਇਹ ਗੱਲ ਕਹਿੰਦੇ ਆ, ਕੱਚੇ ਬਹੁਤ ਹੋ ਰਹੇ ਆ। ਥਾਂ ਥਾਂ ਤੇ ਮੱਥੇ ਟੇਕਦੇ ਫਿਰਦੇ ਆ ਜਿਨ੍ਹਾਂ ਨੂੰ ਗਿਆਨ ਨਹੀਂ। ਵਿੱਚ ਤਾਂ ਆਲੂਆਂ ਵਰਗੇ ਹੋਏ ਫਿਰਦੇ ਵੀ ਵੱਢ ਕੇ ਜਿੱਥੇ ਮਰਜ਼ੀ ਪਾਲਾ। ਆਲੂਆਂ ਵਰਗੇ ਹੋਏ ਫਿਰਦੇ ਨੇ ਸਿੱਖ ਵਿੱਚ ਅੱਜ ਕੱਚੇ। ਹਰ ਪਖੰਡ ਵਾਲੀ ਥਾਂ ਤੇ ਸਿੱਖ ਵਿੱਚ ਦਿਸਦੇ ਆ, ਜਦ ਕਿ ਸਿੱਖ ਤਾਂ ਕਿਸੇ ਮਨਮੱਤੀ ਥਾਂ ਤੇ, ਕਿਸੇ ਕਬਰ ਸਮਾਧ ਤੇ, ਕਿਸੇ ਬਾਬੇ ਪੀਰ ਤੇ ਦਿਸਣਾ ਹੀ ਨਹੀਂ ਚਾਹੀਦਾ ਵੀ ਸਿੱਖ ਵੀ ਫਿਰਦਾ। ਪਰ ਜੇ ਪਤਾ ਨਹੀਂ ਸਾਡੀ ਕਿਉਂ ਅਣਖ ਮਰ ਗਈ, ਗਿਆਨ ਤੋਂ ਬਿਨਾਂ ਸਾਡਾ ਕਿਉਂ ਇਹ ਹਾਲ ਹੋ ਗਿਆ, ਐਵੇਂ ਅਸੀਂ ਤੁਰੇ ਫਿਰਦੇ ਥਾਂ ਥਾਂ ਮੂੰਹ ਚੱਕੀ। ਚਲੋ ਜੇ ਕੋਈ ਭੈਣ ਭਰਾ ਜਾਂਦਾ ਤਾਂ ਅੱਜ ਤੋਂ ਬਾਅਦ ਜਾਇਓ ਨਾ। ਬਸ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਗੁਰਦੁਆਰਾ ਸਾਹਿਬ ਆਉਣਾ ਤੇ ਬਾਣੀ ਦਾ ਗਿਆਨ ਪ੍ਰਾਪਤ ਕਰਨਾ, ਜਾਣਾ ਹੀ ਨਹੀਂ ਕਿਤੇ ਆਪਾਂ, ਗੱਲ ਹੀ ਖਤਮ ਹੈ। ਬਸ ਇਹ ਪਰਪੱਕਤਾ ਪੈਦਾ ਕਰ ਲਓ ਆਪਣੇ ਵਿੱਚ। ਮੱਥਾ ਟੇਕਣ ਦਾ ਹੀ ਅਰਥ ਹੈ। ਅਸੀਂ ਤਾਂ ਮੱਥਾ ਗੁਰੂ ਨੂੰ ਟੇਕਤਾ, ਬਸ ਗੁਰੂ ਦੇ ਅੱਗੇ ਸਮਰਪਣ ਕਰ ਦਿੱਤਾ। ਸਮਰਪਣ, ਸਰੈਂਡਰ। ਤੇ ਗੁਰਬਾਣੀ ਤੋਂ ਬਿਨਾਂ ਗੱਲ ਨਹੀਂ ਕਿਸੇ ਦੀ ਮੰਨਣੀ। ਆਪ ਛੱਡ
ਸਦਾ ਰਹੈ ਪਰਨੇ ਗੁਰ ਬਿਨ ਅਵਰ ਨਾ ਜਾਣੈ ਕੋਈ। ਕਹੈ ਨਾਨਕ ਸੁਣਹੁ ਸੰਤ ਹੋ ਸੋ ਸਿੱਖ ਸਨਮੁਖ ਹੋਏ। ਸਿੱਖ ਕੌਣ ਹੈ? ਗੁਰੂ ਦਾ ਸਨਮੁਖ ਸਿੱਖ ਕੌਣ ਹੈ? ਪਹਿਲਾਂ ਤਾਂ ਆਪ ਛੱਡ, ਜਿਹਨੇ ਆਪਣੀ ਮਨਮਰਜ਼ੀ ਛੱਡ ਦਿੱਤੀ, ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ। ਆਪ ਛੱਡ ਸਦਾ ਰਹੈ ਪਰਨੇ, ਜਿਹੜੇ ਸਦਾ ਹੀ ਗੁਰਬਾਣੀ ਦੇ ਸਹਾਰੇ ਜੀਵਨ ਜਿਉਂਦੇ ਆ। ਪਰਨੇ ਦਾ ਅਰਥ ਹੁੰਦਾ ਪ੍ਰੈਣ, ਆਸ਼ਰਤ। ਗੁਰਪ੍ਰੈਣ ਹੋ ਕੇ ਜੀਵਨ ਜਿਉਣਾ, ਗੁਰਬਾਣੀ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਣਾ। ਸਦਾ ਰਹੈ ਪਰਨੇ ਗੁਰ ਬਿਨਾ ਵਰਨਾ ਜਾਣੇ। ਗੁਰਬਾਣੀ ਤੋਂ ਬਿਨਾ ਗੱਲ ਨਹੀਂ ਕਿਸੇ ਦੀ ਮੰਨਣੀ। ਗੁਰਬਾਣੀ ਦੀ ਗੱਲ ਸਾਨੂੰ ਕੋਈ ਵੀ ਸਮਝਾ ਦੇਵੇ, ਭੈਣ ਭਾਈਆਂ ਵਾਲਾ ਪਿਆਰ ਰੱਖਣਾ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਪਰ ਗੱਲ ਮੰਨਣੀ ਹੈ ਗੁਰਬਾਣੀ ਦੀ, ਸਾਡੀ ਵੀ ਕੋਈ ਗੱਲ ਨਹੀਂ ਮੰਨਣੀ। ਜੇ ਤੁਹਾਨੂੰ ਲੱਗੇ ਵੀ ਗੁਰਬਾਣੀ ਦੀ ਗੱਲ ਸਮਝਾਈ ਹੈ ਤਾਂ ਭੈਣ ਭਾਈਆਂ ਵਾਲਾ ਪਿਆਰ ਜ਼ਰੂਰ ਰੱਖ ਲਿਓ। ਜੁੜਨਾ ਗੁਰਬਾਣੀ ਨਾਲ। ਇਸ ਕਰਕੇ ਗੁਰ ਬਿਨ ਅਵਰ ਨਾ ਜਾਣੈ ਕੋਈ। ਤਿੰਨ ਨਿਸ਼ਾਨੀਆਂ ਹੋ ਗਈਆਂ ਨਾ, ਆਪ ਛੱਡ ਸਦਾ ਰਹੈ ਪਰਨੇ ਗੁਰ ਬਿਨ ਅਵਰ ਨਾ ਜਾਣੈ ਕੋਈ। ਕਹੈ ਨਾਨਕ ਸੁਣਹੁ ਸੰਤ ਹੋ। ਤੀਜੇ ਸਰੂਪ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਇਹ ਵਚਨ ਕਹਿ ਰਹੇ ਆ ਆਨੰਦ ਸਾਹਿਬ ਦੀ ਬਾਣੀ 'ਚ। ਆਪਾਂ ਰੋਜ਼ ਪੜ੍ਹਦੇ ਆ ਨਾ, ਕਹੈ ਨਾਨਕ ਸੁਣਹੁ ਸੰਤ ਹੋ। ਗੁਰੂ ਬਾਬਾ ਜੀ ਕਹਿੰਦੇ ਸਤ ਸੰਗੀਓ ਸੁਣੋ। ਸੰਤ ਹੋ ਦਾ ਅਰਥ ਕੀ ਹੈ? ਗੁਰੂ ਦੇ ਸਤ ਸੰਗੀ। ਹੋਰ ਕੋਈ ਕਿਸੇ ਵੱਖਰੇ ਸੰਤਾਂ ਦੀ ਗੱਲ ਨਹੀਂ ਇੱਥੇ। ਗੁਰੂ ਘਰ ਦੇ ਵਿੱਚ ਤੀਜੀ ਧਿਰ ਨਹੀਂ ਕੋਈ। ਗੁਰੂ ਘਰ ਵਿੱਚ ਦੋ ਧਿਰਾਂ, ਗੁਰੂ ਤੇ ਗੁਰੂ ਕੀ ਸੰਗਤ, ਬਸ। ਤੀਜੀ ਧਿਰ ਇੱਥੇ ਕੋਈ ਨਹੀਂ, ਵਾਰੀ ਵਾਰੀ ਯਾਦ ਰੱਖਿਓ। ਇਸ ਕਰਕੇ ਗੁਰਬਾਣੀ ਵਿੱਚ ਸੰਤ ਲਫ਼ਜ਼ ਬਹੁ ਵਚਨ ਕੀ ਅਰਥ ਹੈ? ਸਤ ਸੰਗੀ, ਸਾਰੀ ਗੁਰੂ ਕੀ ਸੰਗਤ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ। ਕਿਹਨੂੰ ਆਵਾਜ਼ ਮਾਰੀ ਹੈ? ਸਤ ਸੰਗੀਆਂ ਨੂੰ। ਹੋਰ ਇਹ ਤਾਂ ਨਹੀਂ ਇੱਥੇ ਵੀ ਡੇਰੇ ਵਾਲਿਆਂ ਨੂੰ ਆਵਾਜ਼ ਮਾਰੀ ਹੈ। ਇਹ ਤਾਂ ਨਹੀਂ ਵੀ ਡੇਰੇ ਵਾਲਿਆਂ ਨੂੰ ਗੁਰੂ ਜੀ ਅੱਡ ਉਪਦੇਸ਼ ਦਿੰਦੇ ਆ ਵੀ ਹੁਣ ਭਾਈ ਤੁਸੀਂ ਆ ਜਾਓ ਸੰਤੋ। ਨਹੀਂ, ਗੁਰੂ ਦੇ ਸਤ ਸੰਗੀ ਸਾਰੇ ਸੰਤ ਬਹੁਵਚਨ ਆ ਗਿਆ ਨਾ ਇੱਥੇ। ਆਵੋ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ। ਤੀਜੇ ਪਾਤਸ਼ਾਹ ਜੀ ਬਾਣੀ ਚ ਆਵਾਜ਼ ਮਾਰ ਕੇ ਕਹਿੰਦੇ ਆਓ ਸਤ ਸੰਗੀ ਪਿਆਰਿਓ ਕਥ ਦੀ ਕਹਾਣੀ ਕਰਾਂ। ਸਿੱਧ ਹੋ ਗਿਆ ਨਾ, ਹਰ ਗੱਲ ਸਿੱਧ ਕਰਨੀ ਹੈ ਬਾਣੀ ਤੋਂ। ਕਿਤੇ ਚੌਥੇ ਪਾਤਸ਼ਾਹ ਜੀ ਨੇ ਵੀ ਸਾਰੀ ਸੰਗਤ ਨੂੰ ਕਿਹਾ ਸੰਤ ਹੋ ਸੁਣੋ। ਸੁਣੋ ਜਨ ਭਾਈ ਗੁਰ ਕਾਢੀ ਬਾਂਹ ਕੋ ਕੀਜੈ। ਜੇ ਆਤਮ ਕੋ ਸੁਖ ਸੁਖ ਨਿਤ ਲੋੜ ਹੋ ਤਾਂ ਸਤਿਗੁਰ ਸ਼ਰਨ ਪਵੀਜੈ। ਸੰਤ ਹੋ ਸੁਣੋ, ਸਤ ਸੰਗੀਓ ਸੁਣੋ। ਸੁਣੋ ਜਨ ਭਾਈ, ਭਾਈ ਜਨੋ ਸੁਣੋ। ਕਿਤੇ ਸਤ ਸੰਗੀਆਂ ਨੂੰ ਭਾਈ ਜਨ ਕਹਿਤਾ, ਕਿਤੇ ਸੰਤ ਹੋ ਕਹਿ ਦਿੱਤਾ। ਜੇ ਆਤਮਿਕ ਸੁਖ ਚਾਹੁੰਦੇ ਹੋ, ਜੇ ਆਤਮਿਕ ਸੁਖ ਸੁਖ ਨਿਤ ਲੋੜ ਹੋ ਤਾਂ ਸਤਿਗੁਰ ਸ਼ਰਨ ਪਵੀਜੈ। ਸਤ ਸੰਗੀਓ ਸਤਿਗੁਰ ਦੀ ਸ਼ਰਨ ਪੈ ਜਾਓ। ਸਤਿਗੁਰ ਦੀ ਸ਼ਰਨ ਪੈਣਾ ਕੀ ਹੁੰਦਾ? ਸੱਚੇ ਗਿਆਨ ਦੇ ਮੁਤਾਬਕ ਜੀਵਨ ਜਿਉਣਾ। ਆਪਣੀ ਮਨਮਰਜ਼ੀ ਛੱਡਦੇ ਨਹੀਂ, ਸੱਚੇ ਗਿਆਨ ਮੁਤਾਬਕ ਜੀਵਨ ਜਿਉਣਾ ਹੀ ਸਤਿਗੁਰ ਦੀ ਸ਼ਰਨ ਪੈਣਾ ਹੈ। ਸਿੱਧ ਹੋ ਗਿਆ ਸਤ ਸੰਗੀਓ ਸ਼ਰਨ ਪੈ ਜਾਓ ਗੁਰੂ ਦੀ। ਆਪਣੀ ਮਨਮਰਜ਼ੀ ਛੱਡ ਦਿਓ, ਗੁਰਬਾਣੀ ਨੂੰ ਜੀਵਨ ਦਾ ਸਹਾਰਾ ਬਣਾ ਲਓ। ਬਸ ਉਹੀ ਗੁਰੂ ਦਾ ਸਨਮੁਖ ਸਿੱਖ ਹੈ ਸਤ ਸੰਗੀਓ। ਕਹੈ ਨਾਨਕ ਸੁਣੋ ਸੰਤ ਹੋ। ਸਤ ਸੰਗੀਓ ਸੁਣੋ, ਗੁਰੂ ਬਾਬਾ ਜੀ ਕਹਿ ਰਹੇ ਬਾਣੀ ਚ ਕਿ ਉਹੀ ਸਨਮੁਖ ਸਿੱਖ ਹੈ। ਸੋ ਸਿੱਖ ਸਨਮੁਖ ਹੋਏ। ਸਿੱਖ, ਸਿੱਖ ਚਾਹੇ ਭੈਣ ਹੈ ਚਾਹੇ ਭਰਾ ਹੈ। ਸਿੱਖ ਲਫ਼ਜ਼ ਇਸਤਰੀ ਪੁਰਸ਼ ਵਾਸਤੇ ਸਾਂਝਾ ਹੈ। ਜਿਵੇਂ ਕਿ ਖਾਲਸਾ ਲਫ਼ਜ਼, ਖਾਲਸਾ ਲਫ਼ਜ਼ ਦਾ ਇਸਤਰੀ ਵਾਚਕ ਨਹੀਂ ਹੁੰਦਾ, ਖਾਲਸੀ ਨਹੀਂ ਹੁੰਦਾ। ਖਾਲਸਾ ਭੈਣ ਵੀ ਗੁਰੂ ਕਾ ਖਾਲਸਾ, ਭਾਈ ਵੀ ਗੁਰੂ ਕਾ ਖਾਲਸਾ। ਭੈਣ ਵੀ ਗੁਰੂ ਕਾ ਸਿੱਖ, ਭਾਈ ਵੀ ਗੁਰੂ ਕਾ ਸਿੱਖ। ਜੋ ਸਿੱਖ ਲਫ਼ਜ਼ ਆ ਗਿਆ ਉਹਦੇ ਵਿੱਚ ਇਸਤਰੀ ਪੁਰਸ਼ ਸਾਰੇ ਆ ਗਏ ਤਾਂ ਦੱਸਿਆ। ਇਸ ਕਰਕੇ ਉਹੀ ਭਾਈ ਗੁਰੂ ਦਾ ਸਨਮੁਖ ਸਿੱਖ ਹੈ
ਜਿਹਨੇ ਮਨਮਰਜ਼ੀਆਂ ਛੱਡਤੀਆਂ, ਗੁਰਬਾਣੀ ਨੂੰ ਸਹਾਰਾ ਬਣਾ ਲਿਆ ਤੇ ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨਹੀਂ ਮੰਨਦੇ। ਸਿੱਧ ਹੋ ਗਿਆ ਹਰ ਗੱਲ ਤੇ। ਅੱਜ ਕੱਚਿਆਂ ਦਾ ਕੀ ਹਾਲ ਹੈ? ਜਿਹੜੇ ਕਹਾਉਂਦੇ ਸਿੱਖ ਕੱਚੇ ਜਣੇ ਖਣੇ ਦੇ ਮਗਰ ਲੱਗਦੇ ਫਿਰ, ਜਣੇ ਖਣੇ ਦੀ ਗੱਲ ਮੰਨਦੇ ਫਿਰਦੇ, ਚੇਲੇ ਚਪਟੇ ਦੀ, ਕਿਸੇ ਬੂਬਣੇ ਦੀ, ਕਿਸੇ ਜੋਤਸੀ ਦੀ, ਕਿਸੇ ਵਾਸਤੂ ਸ਼ਾਸਤਰ ਵਾਲੇ ਟੋਲੇ ਦੀ। ਨਾ ਅਸੀਂ ਨਹੀਂ ਗੱਲ ਮੰਨਦੇ ਕਿਸੇ ਵਾਸਤੂ ਸ਼ਾਸਤਰ ਵਾਲੇ ਦੀ, ਨਾ ਕਿਸੇ ਬੂਬਣੇ ਦੀ ਮੰਨੀਏ, ਨਾ ਕਿਸੇ ਚੇਲੇ ਦੀ, ਨਾ ਜੋਤਸੀ ਦੀ। ਅਸੀਂ ਤਾਂ ਗੁਰਬਾਣੀ ਦੀ ਗੱਲ ਮੰਨਣੀ ਹੈ। ਤਾਂ ਅਸੀਂ ਗੁਰੂ ਕੇ ਸਿੱਖ ਹਾਂ। ਇੱਥੋਂ ਤੱਕ ਮੱਥਾ ਟੇਕਣ ਦਾ ਸਿਧਾਂਤ ਇੱਥੋਂ ਤੱਕ ਪੂਰਾ ਹੋ ਗਿਆ। ਹੁਣ ਮੱਥਾ ਟੇਕਣ ਦੇ ਇੰਨੇ ਅਰਥ ਨੇ। ਸੱਚੇ ਮਨੋਂ ਮੱਥਾ ਟੇਕਿਆ ਤਾਂ ਫਿਰ ਬੈਠ ਕੇ ਆਪਾਂ ਭਾਈ ਬਾਣੀ ਦੇ ਗਿਆਨ ਨੂੰ ਹੁਣ ਸੁਣ ਰਹੇ ਹਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਇੱਕ ਸਤਸੰਗੀਆਂ ਵਾਸਤੇ ਹੋਰ ਜ਼ਰੂਰੀ ਗੱਲ ਕਹਿੰਦੇ ਆ, ਜੇ ਸੱਚ ਨਾਲ ਜੁੜਨਾ ਤਾਂ ਪਹਿਲਾਂ ਤਾਂ ਜਾਤ ਅਤੇ ਗੋਤ ਨਾਲੋਂ ਸੰਬੰਧ ਤੋੜ ਲਓ। ਜਾਤਾਂ ਗੋਤਾਂ ਦੇ ਤੰਗ ਪਿੰਜਰਿਆਂ ਚੋਂ ਬਾਹਰ ਨਿਕਲੋ, ਕਿਉਂਕਿ ਸੱਚ ਦਾ ਜਾਤ ਗੋਤ ਨਾਲ ਕੋਈ ਸੰਬੰਧ ਨਹੀਂ। ਜਾਤਾਂ ਗੋਤਾਂ ਦੇ ਤੰਗ ਪਿੰਜਰਿਆਂ ਚੋਂ ਬਾਹਰ ਨਿਕਲੋ ਜੇ ਸੱਚ ਨਾਲ ਜੁੜਨਾ ਹੈ। ਦੂਸਰਾ, ਜੇ ਸੱਚ ਨਾਲ ਜੁੜਨਾ ਹੈ, ਗੁਰਬਾਣੀ ਦੇ ਸੱਚ ਨਾਲ ਜੁੜਨਾ ਹੈ, ਪਹਿਲਾਂ ਗੁਰਬਾਣੀ ਦੇ ਸੱਚ ਰਾਹੀਂ ਹੀ ਪ੍ਰਮਾਤਮਾ ਨਾਲ ਸੁਰਤ ਜੁੜਨੀ ਹੈ। ਤਾਂ ਕੰਨ ਹੈ ਜਿਹੜਾ ਆਪਣਾ, ਇਹ ਦੁਨੀਆ ਕੰਨੀ ਨਹੀਂ ਰੱਖਣਾ, ਆਪਣਾ ਕੰਨ ਗੁਰੂ ਵੱਲ ਰੱਖਣਾ ਹੈ। ਭਾਵ ਕਿ ਇਹ ਨਹੀਂ ਖਿਆਲ ਕਰਨਾ ਵੀ ਲੋਕ ਕੀ ਕਹਿੰਦੇ ਐ, ਇਹ ਖਿਆਲ ਰੱਖਣਾ ਕਿ ਗੁਰੂ ਸਾਹਿਬ ਜੀ ਕੀ ਕਹਿੰਦੇ ਐ। ਬਹੁਤੀ ਦੁਨੀਆ ਕਿੱਦਾਂ ਦੀ ਐ, ਲੋਕਾਂ ਕੰਨੀ ਕੰਨ ਰੱਖਦੇ ਐ। ਲੋਕ ਕੀ ਕਹਿੰਦੇ ਐ, ਰਿਸ਼ਤੇਦਾਰ ਕੀ ਕਹਿੰਦੇ ਐ, ਆਂਢੀ ਗਵਾਂਢੀ ਕੀ ਕਹਿੰਦੇ ਐ, ਪਿੰਡ ਵਾਲੇ ਕੀ ਕਹਿੰਦੇ, ਦੱਸ ਲੈ ਇਹਦਾ ਕੀ ਕੀਮਤ ਹੈ? ਲੋਕਾਂ ਦੇ ਕਹਿਣ ਦੀ ਕੀ ਕੀਮਤ ਹੈ ਵੀ ਲੋਕ ਕੀ ਕਹਿੰਦੇ ਐ? ਕੀਮਤ ਤਾਂ ਗੁਰੂ ਦੇ ਵਚਨਾਂ ਦੀ ਹੈ। ਜੇ ਜੀਵਨ ਦੀ ਬਾਜੀ ਜਿੱਤਣੀ ਹੈ ਤਾਂ ਦੁਨੀਆ ਕੰਨੀ ਕੰਨ ਨਹੀਂ ਰੱਖਣਾ। ਕੰਨ ਕਹਿ ਲੋ, ਧਿਆਨ ਕਹਿ ਲੋ, ਇੱਕੋ ਹੀ ਗੱਲ ਹੈ ਨਾ। ਧਿਆਨ ਗੁਰੂ ਜੀ ਵੱਲ ਰੱਖਣਾ ਵੀ ਗੁਰੂ ਜੀ ਕੀ ਕਹਿੰਦੇ ਆ। ਜਿਹਨੇ ਦੁਨੀਆ ਵੱਲ ਕੰਨ ਰੱਖਿਆ ਉਹ ਦੀਨ ਹਾਰ ਗਏ, ਉਹ ਧਰਮ ਤੋਂ ਗਿਰ ਗਏ। ਉਹਨਾਂ ਨੇ ਐਂ ਸਮਝ ਲਓ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਲਿਆ। ਕਬੀਰ ਸਾਹਿਬ ਜੀ ਮਹਾਰਾਜ ਇਹ ਵਚਨ ਬਾਣੀ 'ਚ ਇਉਂ ਕਹਿ ਰਹੇ ਹਨ। कबीर दीन गवाया दुनी स्यों, दीन गवाया दुनी स्यों, दीन गवाया तुनी स्यों, कबीर दीन गवाया तुनी स्यों, दुनी न चाली साथ, दीन गवाया दुनी स्यों, दीन गवाया दुनी स्यों, दुनी न चाली साथ, दीन गवाया तुनी स्यों, दीन गवाया तुनी स्यों। पाए कुहाड़ा मारिया, पाए कुहाड़ा मारिया, पाई कुहाड़ा मारिया, पाई कुहाड़ा मारिया, काफल अपने हाथ, पाए कुहाड़ा मारिया, पाए कुहाड़ा मारिया, काफल अपनी हाथ, पाई कुहाड़ा मारिया, पाई कुहाड़ा मारिया। ਕਬੀਰ ਸਾਹਿਬ ਮਹਾਰਾਜ ਕਹਿੰਦੇ ਕਬੀਰ ਦੀਨ ਗਵਾਇਆ ਦੁਨੀਆ ਸੋਂ। ਕਈਆਂ ਨੇ ਤਾਂ ਦੁਨੀਆ ਮਗਰ ਲੱਗ ਕੇ ਦੀਨ ਗਵਾ ਲਿਆ, ਕਿਉਂ ਕੰਨ ਹੀ ਲੋਕਾਂ ਵਾਲੇ ਪਾਸੇ ਰੱਖਿਆ। ਲੋਕ ਲਾਲਚੀ ਮਰ ਗਏ। ਕਿਤੇ ਗੁਰੂ ਨਾਨਕ ਬਾਬਾ ਜੀ ਦਾ ਵਚਨ ਹੈ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਕਿਉਂਕਿ ਸਤਪੁਰਸ਼ਾਂ ਦੇ ਸਪਸ਼ਟ ਵਚਨ ਹੁੰਦੇ, ਸਿੱਧੀ ਕਹਤਾ ਨਾ, ਦੇਖੋ ਅੱਗ ਲਾ ਕੇ ਫੂਕਦੇ ਲੋਕਾਂ ਦੀਆਂ ਵਡਿਆਈਆਂ। ਕਿਉਂ ਕਈ ਸਮਝਦੇ ਨਾ ਵੀ ਜੇ ਲੋਕਾਂ ਦੇ ਮੁਤਾਬਕ ਨਾ ਕੀਤੇ ਕੰਮ ਤਾਂ ਲੋਕਾਂ ਦੀ ਵਡਿਆਈ ਨਹੀਂ ਮਿਲਣੀ। ਅੱਗ ਲਾ ਕੇ ਫੂਕਦੇ ਲੋਕਾਂ ਦੀਆਂ ਵਡਿਆਈਆਂ ਨੂੰ।
ਲੋਕਾਂ ਕਣੀ ਨਾ ਕੰਨ ਰੱਖਿਆ ਕਰ। ਬਹੁਤ ਕੁਝ, ਬਹੁਤੀ ਦੁਨੀਆ ਜਿਹਨਾਂ ਨੂੰ ਗਿਆਨ ਨਹੀਂ, ਪਤਾ ਕੀ ਬਹੁਤਾ ਕੁਝ ਕਰਦੇ ਨੇ ਆਪਣੇ ਕੰਨਾਂ ਨਾਲ ਲੋਕਾਂ ਤੋਂ ਆਪਣੀ ਬੜਾਈ ਸੁਣਨ ਵਾਸਤੇ। ਲੋਕ ਦਿਖਾਵਾ ਕਰਕੇ ਕਈ ਪੁੱਛਦੇ ਵੀ ਫਿਰਦੇ ਹੁੰਦੇ ਆਸੇ ਪਾਸੇ ਗੁਪਤ ਜੀ, ਭਲਾ ਲੋਕ ਕੀ ਕਹਿੰਦੇ ਆ। ਦੂਜਾ ਕਹਿੰਦਾ ਲੋਕ ਕਹਿੰਦੇ ਚੱਕ ਤੇ ਫੱਟੇ। ਬਹੁਤ ਵਧੀਆ ਕਮਾਲਾਂ ਹੀ ਕਰਤੀਆਂ ਜਮਾਂ ਇਹਨਾਂ ਨੇ, ਤਾਂ ਕਮਾਲਾਂ ਹੀ। ਤਾਂ ਤੇ ਏਦਾਂ ਛੱਡਦੇ, ਇਹ ਕੰਨ ਰਸ ਨੂੰ ਛੱਡਦੇ। ਬਹੁਤ ਕੁਝ ਦਿਖਾਵੇ ਕਰਦਾ ਹੈ ਮਨੁੱਖ। ਮਨੁੱਖ ਦਾ ਅਰਥ ਇਸਤਰੀ ਪੁਰਸ਼ ਕੋਈ ਹੈ। ਬਸ ਇਸ ਚੱਕਰ ਦੇ ਵਿੱਚ ਹੀ ਨੱਕ ਨਹੀਂ ਰਹਿੰਦਾ ਜੀ। ਕੰਨਾਂ ਨਾਲ ਲੋਕਾਂ ਤੋਂ ਆਪਣੀ ਬੱਲੇ ਬੱਲੇ ਸੁਣਨ ਦੀ ਭੁੱਖ ਨਹੀਂ। ਲੋਕ ਕੀ ਆਖਣਗੇ, ਨੱਕ ਨਹੀਂ ਰਹਿੰਦਾ। ਇਹ ਨੱਕ ਤੇ ਕੰਨ ਨਹੀਂ ਮਾਰਤੀ ਦੁਨੀਆ। ਤੇ ਗੁਰੂ ਜੀ ਕਹਿੰਦੇ ਬਿਨ ਨਾਵੈ ਸਭ ਨਕਟੇ ਫਿਰੇ, ਬਿਨ ਨਾਵੈ ਨੱਕ ਨਾਹੀ। ਕਹਿੰਦੇ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਸਾਰੀ ਵੱਡੇ ਨੱਕ ਵਾਲੇ ਐ। ਤੇਰਾ ਨੱਕ ਰਹਿਣਾ ਨਹੀਂ ਪ੍ਰਮਾਤਮਾ ਦੇ ਦਰ ਤੇ। ਦੇਖ ਲਾ ਇੱਥੇ ਨੱਕ ਨੱਕ ਰੱਖਦੇ ਰੱਖਦੇ। ਇਸ ਕਬੀਰ ਸਾਹਿਬ ਜੀ ਮਹਾਰਾਜ ਤਾਂ ਕਹਿੰਦੇ ਨਾਕੋ ਕਾਟੀ ਕਾਨੋ ਕਾਟੀ। ਕਹਿੰਦੇ ਆਪਾਂ ਤਾਂ ਨੱਕ ਕੰਨ ਤੋਂ ਕੱਟਤੀ। ਕਾਟ ਕੂਟ ਕੈ ਮਾਇਆ ਦੇ ਦੋ ਹੀ ਅੰਗ ਨੇ ਨਾ, ਭਾਵ ਅਰਥ ਹੁੰਦੇ ਨੇ ਬਾਣੀ ਦੇ, ਨੱਕ ਤੇ ਕੰਨ। ਬਹੁਤ ਕੁਝ ਅਸੀਂ ਨੱਕ ਰੱਖਣ ਦੇ ਚੱਕਰ 'ਚ ਕਰਦੇ ਹਾਂ। ਬਹੁਤ ਕੁਝ ਅਸੀਂ ਕੰਨਾਂ ਨਾਲ ਲੋਕਾਂ ਤੋਂ ਆਪਣੀ ਵਿੜਾਈ ਸੁਣਨ ਵਾਸਤੇ ਕਰਦੇ ਹਾਂ। ਜਿਹਨੇ ਨੱਕ ਤੇ ਕੰਨ ਦੀ ਗੱਲ ਛੱਡਤੀ, ਮਾਇਆ ਕੱਟੀ ਗਈ। ਬੋਲੋ ਸਤਨਾਮ ਵਾਹਿਗੁਰੂ। ਕੱਟੀ ਗਈ ਬਸ, ਨੱਕ ਤੇ ਕੰਨ ਤੋਂ ਹੀ ਕੱਟਣੀ ਹੈ। ਇਸੇ ਜਾਲ 'ਚ ਹੀ ਫਸੇ ਰਹਿੰਦੇ ਆਪਾਂ। ਬੜਾ ਕੁਝ ਦੁਨੀਆ 'ਚ ਫਾਰਮੈਲਿਟੀਆਂ ਕਹਿ ਲੋ, ਦਿਖਾਵੇ ਕਹਿ ਲੋ, ਬੜਾ ਕੁਝ ਵਾਸਤੇ ਨੱਕ ਕੰਨ ਦੇ ਚੱਕਰ 'ਚ ਹੀ ਬੰਦਾ ਫਸਿਆ ਪਿਆ। ਪਤਾ ਨਹੀਂ ਕਿਹੜੇ ਕਿਹੜੇ ਰੀਤੀ ਰਿਵਾਜ, ਕਿਹੜੇ ਕਿਹੜੇ ਪਤਾ ਨਹੀਂ ਕੀ ਕੁਛ ਬਣਾਈ, ਕਿਹੜੇ ਕਿਹੜੇ ਰਿਵਾਜ ਬਣਾਈ ਫਿਰਦੇ ਆ, ਪਤਾ ਨਹੀਂ ਕੀ ਕੁਛ ਦੁਨੀਆ। ਬਸ ਇਹ ਤਾਂ ਹੁੰਦਾ ਹੀ ਹੈ ਜੀ, ਐਂ ਤਾਂ ਕਰਨਾ ਹੀ ਹੁੰਦਾ ਜੀ। ਨਾ ਇਹ ਕੀਤਾ ਤਾਂ ਜੀ ਫਿਰ ਰਿਸ਼ਤੇਦਾਰ ਕੀ ਕਹਿਣਗੇ ਜੀ, ਲੋਕ ਕੀ ਕਹਿਣਗੇ ਜੀ। ਬਹੁਤ ਕੁਝ ਅਸੀਂ ਜ਼ਿੰਦਗੀ 'ਚ ਫਜ਼ੂਲ ਦੇ ਕੰਮ ਕਰਦੇ ਹਾਂ, ਦਿਖਾਵੇ ਕਰਦੇ ਹਾਂ, ਫਾਰਮੈਲਿਟੀਜ਼ ਕਰਦੇ ਹਾਂ, ਫਜ਼ੂਲ ਦੀਆਂ ਰਸਮਾਂ ਕਰਦੇ ਫਿਰਦੇ ਹਾਂ। ਸਿਰਫ ਇਸੇ ਚੱਕਰ ਦੇ ਵਿੱਚ। ਚੱਕਰ ਬਹੁਤ ਵੱਡਾ, ਛੋਟਾ ਨਹੀਂ ਇਹ ਚੱਕਰ 'ਚੋਂ ਨਿਕਲ ਜਾਓ ਜੇ ਸੱਚ ਨਾਲ ਜੁੜਨਾ। ਇਹ ਚੱਕਰ 'ਚੋਂ ਨਿਕਲ ਜਾਓ। ਇੱਕ ਗੱਲ ਕਹਿ ਦੇਵਾਂ ਪ੍ਰਚਾਰਕ ਹੋਣ ਦੇ ਨਾਤੇ, ਗੁਰਬਾਣੀ ਗਿਆਨ ਦਾ ਸਦਕਾ ਦਾਸ ਨੇ ਜਿੰਨੀ ਕੁ ਗੁਰੂ ਨੇ ਸੋਝੀ ਦਿੱਤੀ ਹੈ, ਮੈਂ ਆਪਣੀ ਜ਼ਿੰਦਗੀ 'ਚ ਕਦੇ ਕੋਈ ਦਿਖਾਵੇ ਦਾ ਕਰਮ ਜਾਂ ਕੋਈ ਫਜ਼ੂਲ ਦੀ ਰਸਮ ਜਾਂ ਕਿਸੇ ਰਿਸ਼ਤੇਦਾਰ, ਕਿਸੇ ਆਂਢੀ ਗੁਆਂਢੀ ਪਿੰਡ ਵਾਲੇ ਨੂੰ ਖੁਸ਼ ਕਰਨ ਵਾਸਤੇ ਕਦੇ ਕੁਝ ਕੀਤਾ ਨਹੀਂ। ਚਾਹੇ ਕਿਸੇ ਵੀ ਕਾਰਜ ਵਿੱਚ ਹੈ। ਲੋਕ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ, ਕੋਈ ਮਤਲਬ ਨਹੀਂ ਸਾਡਾ। ਇਹ ਤਾਂ ਦੱਸਿਆ ਵੀ ਇਹ ਗੱਲਾਂ ਸਿਰਫ ਤੁਹਾਨੂੰ ਸੁਣਾਉਣ ਮਾਤਰ ਨਹੀਂ, ਪਹਿਲਾਂ ਮੈਂ ਆਪਣੀ ਜ਼ਿੰਦਗੀ 'ਚ ਤਜਰਬਾ ਕਰ ਚੁੱਕਿਆ। ਬੜੀ ਸੌਖੀ ਜ਼ਿੰਦਗੀ ਹੈ। ਲੋਕਾਂ ਕੰਨੀ ਮੈਂ ਕੰਨੀ ਨਹੀਂ ਕੀਤਾ ਕਦੇ, ਕਿਸੇ ਰਿਸ਼ਤੇਦਾਰ ਕੰਨੀ, ਕਿਸੇ ਪਿੰਡ ਵਾਲੇ ਕੰਨੀ, ਕਿਸੇ ਆਂਢੀ ਗੁਆਂਢੀ ਕੰਨੀ, ਮਤਲਬ ਨਹੀਂ। ਸੱਚਾ ਪਿਆਰ ਸਭ ਨਾਲ ਹੈ, ਪਰ ਕਰਨਾ ਉਹ ਹੈ ਜੋ ਗੁਰੂ ਜੀ ਕਹਿੰਦੇ ਹੈ। ਹਰ ਕਰਮ ਗੁਰੂ ਨੂੰ ਪੁੱਛ ਕੇ ਕਰਨਾ ਹੈ, ਲੋਕਾਂ ਨੂੰ ਪੁੱਛ ਕੇ ਨਹੀਂ, ਰਿਸ਼ਤੇਦਾਰਾਂ ਨੂੰ ਪੁੱਛ ਕੇ ਨਹੀਂ। ਕਰਮ ਗੁਰੂ ਨੂੰ ਪੁੱਛ ਕੇ ਕਰਨਾ ਹੈ। ਇਹ ਤੁਸੀਂ ਵੀ ਜੀਵਨ ਸ਼ੈਲੀ ਬਣਾ ਲਓ। ਪ੍ਰਚਾਰਕ ਹੋਣ ਦੇ ਨਾਤੇ ਮੈਂ ਤੁਹਾਨੂੰ ਆਪਣਾ ਸਪਸ਼ਟੀਕਰਨ ਦਿੱਤਾ, ਕਿਉਂਕਿ ਇਉਂ ਨਹੀਂ ਨਾ ਹੁੰਦਾ ਵੀ ਲੋਕਾਂ ਨੂੰ ਸਟੇਜਾਂ ਤੇ ਗੱਲਾਂ ਸੁਣਾ ਦਿਓ ਨਾ। ਆਵਰ ਉਪਦੇਸੈ ਆਪ ਨਾ ਕਰੈ, ਆਪ ਤਜਾਵਤ ਜਨਮੈ ਮਰੈ। ਜਿਹੜਾ ਦੂਜਿਆਂ ਨੂੰ ਉਪਦੇਸ਼ ਦਿੰਦਾ, ਆਪ ਨਹੀਂ ਉਹ ਕੰਮ ਕਰਦਾ, ਫੇਰ ਨਹੀਂ। ਫਿਰ ਐਸਾ ਗਿਆਨੀ ਵੀ ਜੰਮਦਾ ਮਰਦਾ ਹੀ ਰਹਿੰਦਾ। ਇਸ ਕਰਕੇ ਜਿੰਦ ਸੌਖੀ ਹੋ ਜੂ। ਤਜਰਬਾ ਕਰਕੇ ਦੇਖ ਲਓ। ਦਾਸ ਨੇ ਦਾ ਤਜਰਬਾ ਕਰ ਲਿਆ। ਬਾਣੀ ਦਾ ਉਪਦੇਸ਼ ਨਾਲ ਤੁਹਾਨੂੰ ਆਪਣਾ ਜ਼ਿੰਦਗੀ ਦਾ ਤਜਰਬਾ ਵੀ ਦੱਸਦਾ। ਫੁਰਨਾ ਹੀ ਨਹੀਂ ਕਦੇ ਕੋਈ ਬਣਿਆ, ਫੁਰਨਾ ਹੀ ਨਹੀਂ ਆਏ ਕਦੇ ਕੋਈ। ਜਿੰਦ ਸੌਖੀ ਹੋ ਜੂ। ਲੋਕਾਂ ਕੰਨੋਂ ਧਿਆਨ ਤੋੜ ਕੇ ਗੁਰੂ ਵੱਲ ਜੋੜ ਲਓ। ਹਾਂ, ਜੋ ਆਪਣੇ ਫਰਜ਼ ਨੇ ਉਹ ਠੀਕ ਢੰਗ ਨਾਲ ਜਾਗਿਆ ਮਨੁੱਖ ਤਾਂ ਦੂਜਿਆਂ ਨਾਲ ਵੀ ਵਧੀਆ ਫਰਜ਼ ਪੂਰੇ ਕਰਦਾ ਹੈ। ਉਹ ਪਹਿਲਾਂ ਬਹੁਤ ਵਾਰ ਦੱਸਿਆ ਨਾ ਵੀ ਗੁਰੂ ਨਾਲ ਜੁੜਿਆ ਮਨੁੱਖ ਵੀ ਬੱਚੇ ਪਾਲਦਾ ਹੈ, ਪਰ ਕਿਸ ਭਾਵਨਾ ਨਾਲ ਵੀ ਪ੍ਰਮਾਤਮਾ ਨੇ ਮੇਰੀ ਡਿਊਟੀ ਲਾਈ ਹੈ ਵੀ 2-3 ਬੱਚੇ ਤੈਂ ਪਾਲਣੇ ਹੈ। ਉਹ ਬੱਚੇ ਰੱਬ ਦਾ ਹੁਕਮ ਸਮਝ ਕੇ ਪਾਲਦਾ ਹੈ। ਇਹ ਬਹੁਤ ਵਾਰ ਗੱਲ ਹੋਈ ਹੈ। ਤਾਂ ਤੇ ਗੁਰਬਾਣੀ ਨਾਲ ਜੁੜਿਆ ਮਨੁੱਖ ਤਾਂ ਉਹਦੇ ਵਾਸਤੇ ਤਾਂ ਮਾਤਾ ਪਿਤਾ ਦੀ ਸੇਵਾ ਰੱਬ ਦੀ ਸੇਵਾ ਬਣ ਜਾਂਦੀ ਹੈ। ਮਾਤ ਪਿਤਾ ਸੁਤ ਬੰਧ ਭਪਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਪਰ ਉਹ ਫਾਰਮੈਲਿਟੀਆਂ ਦਿਖਾਵੇ ਨਹੀਂ ਕਰਦਾ, ਹਰ ਫਰਜ਼ ਪੂਰਾ ਕਰਦਾ। ਇਸੇ ਕਰਕੇ ਰੱਬ ਦੇ ਪਿਆਰਿਆਂ ਦਾ ਜਿਉਣ ਦਾ ਜਿਹੜਾ ਢੰਗ ਹੈ ਨਾ, ਉਹ ਦੁਨੀਆ ਤੋਂ ਵੱਖਰਾ ਹੁੰਦਾ। ਸਰੀਰ ਕਰਕੇ ਨਹੀਂ ਵੱਖਰੇ ਹੁੰਦੇ ਵੀ ਉਹ ਕਿਤੇ ਪਹਾੜਾਂ ਤੇ ਚੜ ਜਾਂਦੇ ਆ ਰੱਬ ਦੇ ਪਿਆਰੇ, ਜਾਂ ਕੋਈ ਕਿਸੇ ਜੰਗਲਾਂ 'ਚ ਕਿਸੇ ਗੁਫਾਵਾਂ 'ਚ ਵੜ ਕੇ ਬੈਠ ਜਾਂਦੇ ਆ ਨਾ।
ਰਹਿੰਦੇ ਸੰਸਾਰ ਦੇ ਵਿੱਚ ਹੀ ਹੈ, ਪਰ ਉਹਨਾਂ ਦਾ ਜਿਉਣ ਦਾ ਢੰਗ ਵੱਖਰਾ ਹੁੰਦਾ ਆਮ ਦੁਨੀਆ ਦੇ ਨਾਲੋਂ। ਆਨੰਦ ਸਾਹਿਬ ਚ ਆਪਾਂ ਰੋਜ਼ ਪੜ੍ਹਦੇ ਹਾਂ, ਧਿਆਨ ਚ ਆ ਗਿਆ ਨਾ, ਭਗਤਾਂ ਕੀ ਚਾਲ ਨਿਰਾਲੀ। ਭਗਤਾਂ ਦਾ ਮਤਲਬ ਰੱਬ ਦੇ ਪਿਆਰਿਆਂ ਦੀ ਇਸਤਰੀ ਪੁਰਸ਼ ਕੋਈ ਹੈ। ਉਹਨਾਂ ਦਾ ਜਿਉਣ ਦਾ ਢੰਗ ਵੱਖਰਾ ਹੈ, ਉਹਨਾਂ ਦੇ ਜੀਵਨ ਦੀ ਚਾਲ ਨਿਰਾਲੀ ਹੈ, ਨਿਰਾਲੀ ਢੰਗ ਹੈ ਉਹਨਾਂ ਦੇ ਜਿਉਣ ਦਾ। ਉਹ ਗੁਰਬਾਣੀ ਦੇ ਗਿਆਨ ਮੁਤਾਬਕ ਜੀਵਨ ਜਿਉਂਦੇ ਹੈ। ਜੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਮੁਤਾਬਕ ਜੀਵਨ ਨਹੀਂ ਜਿਉਇਆ, ਫਿਰ ਕੀ ਸਵਾਦ ਆਇਆ ਬਾਣੀ ਪੜ੍ਹਨ ਦਾ? ਗੁਰਬਾਣੀ ਨੂੰ ਲਾਗੂ ਨਾ ਕੀਤਾ ਬਾਣੀ ਆਪਣੇ ਜੀਵਨ 'ਚ। ਇਸ ਕਰਕੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ। ਉਹ ਦੁਨਿਆਵੀ ਭੇਡ ਚਾਲ ਨਹੀਂ ਕਰਦੇ, ਨਾ ਨਾ। ਗਿਆਨ ਦਾ ਮਾਰਗ ਜੋ ਕਿ ਕਠਨ ਮਾਰਗ ਦਾ ਭਾਵ ਇਹੀ ਹੁੰਦਾ ਵੀ ਬਸ ਉਹਨਾਂ ਨੇ ਛੱਡ ਤੇ ਖਿਆਲ ਵੀ ਕੀ ਕਹਿਣਗੇ ਲੋਕ ਫਲਾਣਾ ਤੇ ਮੁਕਾ। ਤਾਂ ਤੇ ਇਸ ਕਰਕੇ ਚਾਲਾਂ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਖੰਨਿਓ ਤਿੱਖੀ ਬਾਹਲੋਂ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾਂ ਜੁਗ ਹੋਂ ਜੁਗ ਨਿਰਾਲੀ। ਕਿਉਂਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇਸ ਕਰਕੇ ਜਿਵੇਂ ਕਿ ਇੱਕ ਦੋ ਉਦਾਹਰਨਾਂ ਦੇ ਦਿਆਂ, ਮੰਨ ਲਓ ਵਿਆਹ ਸ਼ਾਦੀ ਹੈ, ਉਹ ਨਹੀਂ ਵੀ ਰਿਸ਼ਤੇਦਾਰ ਕੀ ਕਹਿਣਗੇ ਵੀ ਖਵਾਈ ਪਿਆਈ ਨਹੀਂ, ਨਾ ਉਹ ਤਾਂ ਲਿਖ ਦਿੰਦੇ ਆ ਵੀ ਸਾਡੇ ਤਾਂ ਸ਼ਰਾਬੀ ਕੋਈ ਬੜੇ ਹੋਣਾ। ਮੈਂ ਤਾਂ ਬੇਟੇ ਬੇਟੀ ਦੇ ਵਿਆਹਾਂ 'ਚ ਕਹਿਤਾ ਸੀਗਾ, ਅਸੀਂ ਤਾਂ ਪੈਰ ਨਹੀਂ ਧਰਨ ਦਿੰਦੇ ਕਿਸੇ ਨੂੰ। ਸਿੱਖਾਂ ਦੇ ਵਿਆਹ ਹੈ, ਉਵੇਂ ਆਉਣਾ ਪਊਗਾ, ਰਹਿ ਰਸ ਦੇ ਪਾਠ 'ਚ ਬੈਠਣਾ ਪਊ ਸ਼ਾਮ ਨੂੰ। ਨਸ਼ਾ ਵਿਸ਼ਾ ਕੋਈ ਨਹੀਂ ਚੱਲਣਾ। ਤਾਂ ਤੇ ਚਾਲ ਨਿਰਾਲੀ, ਫਿਰ ਦੁਨੀਆ ਦੇਖੂ ਵੀ ਸਿੱਖਾਂ ਦੇ ਵਿਆਹ। ਉਦਾਹਰਨ ਦਿੱਤੀਆਂ ਨਾ, ਇੱਕ ਉਦਾਹਰਨ। ਇਦਾਂ ਦੂਜਾ ਪਾਸਾ ਆ ਜੇ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਪਿੱਛੇ ਸਾਡੇ ਮਾਤਾ ਜੀ ਚੜ੍ਹਾਈ ਕਰ ਗਏ, ਉਦਾਂ ਹੀ ਪ੍ਰਸ਼ਾਦਾ ਰਸੋਈ 'ਚ ਬਣਾ ਕੇ ਉੱਥੇ ਹੀ ਬੈਠ ਕੇ ਛਕ ਲਿਆ, ਉੱਥੇ ਰਹਿ ਰਸ ਡੈਡ ਬੋਡੀ ਵਿਹੜੇ 'ਚ ਪਈ ਹੈ। ਕਿਉਂਕਿ ਖਾਣਾ ਪੀਣਾ ਪਵਿੱਤਰ ਹੈ। ਦਿੱਤੋਂ ਰਿਜ਼ਕ, ਇਹ ਨਹੀਂ ਵੀ ਅੱਜ ਗਵਾਂਢੀਆਂ ਦੀ ਰੋਟੀਆਂ ਪਕਾਉਣੀਆਂ, ਨਾ। ਫਿਰ ਗਿਆਨ ਕਾਹਦਾ ਰਹਿ ਗਿਆ? ਫਿਰ ਤਾਂ ਸੂਤਕ ਮੰਨ ਲਿਆ ਇਹਦਾ ਮਤਲਬ ਅਸੀਂ। ਨਾ ਤਾਂ ਆਟਾ ਪਿੱਟਿਆ ਗਿਆ, ਨਾ ਦਾਲਾਂ ਪਿੱਟੀਆਂ ਗਈਆਂ, ਤੇ ਲੋਕ ਦੇਖਣ ਵੀ ਇਹ ਸਬਜ਼ੀ ਦਾਲ ਬਣਾਈ ਜਾਂਦੇ, ਡੈਡ ਬੋਡੀ ਵਿਹੜੇ 'ਚ ਪਈ ਹੈ, ਤਾਂ ਕਿਆ ਹੋ ਗਿਆ? ਜੰਮਣ ਮਰਨਾ ਹੁਕਮ ਹੈ, ਦੱਸਿਆ ਤੁਹਾਨੂੰ ਚਾਲ। ਉਦਾਂ ਹੀ ਇਹ ਨਹੀਂ ਵੀ ਲੋਕ ਕੀ ਕਹਿਣਗੇ, ਵੀ ਲੈ ਸਬਜ਼ੀ ਬਣਾਈ ਜਾਂਦੇ ਆ, ਰੋਟੀਆਂ ਪਕਾਈ ਜਾਂਦੇ ਨੇ, ਮਾਤਾ ਦੀ ਮ੍ਰਿਤਕ ਦੇ ਵਿਹੜੇ 'ਚ ਪਈ ਹੈ। ਦੱਸ ਇਹਦਾ ਕੀ ਮਤਲਬ? ਮਤਲਬ ਕੀ? ਤਾਂ ਤੇ ਇਹ ਦੱਸਣ ਦਾ ਭਾਵ ਤਾਂ ਇਹ ਵੀ ਜੀਵਨ 'ਚ ਲਾਗੂ ਕਰੋ ਗਿਆਨ ਨੂੰ। ਹੋਰ ਮੈਂ ਕੋਈ ਆਪਣੀ ਕਥਾ ਨਹੀਂ ਸੁਣਾ ਰਿਹਾ, ਉਦਾਹਰਨਾਂ ਤਾਂ ਦੇਣੀਆਂ ਪੈਂਦੀਆਂ ਨੇ ਨਾ। ਇਹੀ ਗੱਲ ਕਹੀ ਹੈ ਬਣ, ਜੇਕਰ ਸੂਤਕ ਮੰਨੀਏ ਸਭ ਤਾਂ ਸੂਤਕ ਹੋਏ। ਤੇ ਬਹੁਤੇ ਲੋਕ ਕੀ ਸਮਝਦੇ ਵੀ ਜਿਹਨਾਂ ਨੂੰ ਗਿਆਨ ਨਹੀਂ, ਵੀ ਘਰੇ ਕਿਸੇ ਦੀ ਮੌਤ ਹੋ ਗਈ ਤਾਂ ਰੋਟੀਆਂ ਕਹਿੰਦੇ ਕੋਈ ਆਂਢੀ ਗੁਆਂਢੀ ਦੇ ਕੇ ਜਾਣਗੇ, ਘਰੇ ਨਹੀਂ ਪਕਾਉਣੀਆਂ ਅੱਜ। ਲੈ ਦੱਸ, ਇਹ ਕੀ ਮਤਲਬ? ਕੀ ਸੰਬੰਧ ਆ? ਤਾਂ ਤੇ ਇਸੇ ਸੂਤਕਾਂ ਦਾ ਸ਼ਲੋਕ ਪੜ੍ਹਨ ਵਾਸਤੇ ਹੀ ਹੈ। ਉਹ ਖਾਣਾ ਪੀਣਾ ਪਵਿੱਤਰ, ਉਹ ਸੂਤਕਾਂ ਵਾਲੇ ਸ਼ਲੋਕ 'ਚ ਹੈ। ਕਈ ਇੱਕ ਪੰਕਤੀ ਛੰਡ ਕੇ ਆਪ ਦਾ ਅਰਥ ਕਰ ਦਿੰਦੇ ਮਰਜ਼ੀ ਦਾ, ਆਈ ਨਹੀਂ ਅਰਥ ਹੁੰਦਾ। ਜੰਮਣ ਮਰਨਾ ਹੁਕਮ ਹੈ, ਭਾਣਾ ਆਵਾ ਜਾਏ। ਤਾਂ ਤੇ ਖਾਣਾ ਪੀਣਾ ਪਵਿੱਤਰ ਹੈ, ਜਿੱਥੋਂ ਲੈ ਕੇ ਸੰਭਾਹੇ। ਵੀ ਸੂਤਕ ਤਾਂ ਭਰਮ ਹੈ, ਜੰਮਣ ਮਰਨਾ ਤਾਂ ਹੁਕਮ ਹੈ। ਨਾ ਬੱਚੇ ਦਾ ਜਨਮ ਤੋਂ ਬਾਅਦ ਕੋਈ ਘਰੇ ਸੂਤਕ ਹੁੰਦਾ ਹੈ, ਨਾ ਕੋਈ ਮੌਤ ਤੇ ਘਰੇ ਕੋਈ ਸੂਤਕ ਹੁੰਦਾ ਹੈ। ਖਾਣਾ ਪੀਣਾ ਪਵਿੱਤਰ ਹੀ ਰਹਿੰਦਾ ਹੈ। ਬੱਚੇ ਦਾ ਜਨਮ ਹੋ ਗਿਆ, ਅੰਨ ਨਹੀਂ ਪਿੱਟਿਆ ਗਿਆ। ਜੇ ਕੋਈ ਰੱਬ ਦੇ ਹੁਕਮ 'ਚ ਪੁਰਾਣੀ ਚੜ੍ਹਾਈ ਕਰ ਗਿਆ, ਦਾਲਾਂ ਅੰਨ ਨਹੀਂ ਪਿੱਟਿਆ ਜਾਂਦਾ, ਉਹ ਤਾਂ ਪਵਿੱਤਰ ਹੀ ਰਹਿੰਦਾ। ਇਹ ਗਿਆਨ ਹੈ, ਇਹ ਗਿਆਨ ਨੂੰ ਮੰਨੋ। ਭਾਵ ਦੱਸਣ ਦਾ ਵੀ ਜੋ ਗੁਰੂ ਜੀ ਸਮਝਾਉ। ਹਾਂ, ਕਿਸੇ ਗੱਲ ਦੀ ਨਹੀਂ ਸਮਝ ਆਈ, ਵੱਖਰੀ ਗੱਲ ਹੈ। ਇਹ ਨਹੀਂ ਅਸੀਂ ਦਾਅਵਾ ਕਰਦੇ ਵੀ ਸਾਰੀ ਸਮਝ, ਨਾ। ਉੱਥੇ ਕਈ ਵਾਰੀ ਕੋਈ ਗਲਤ ਕਰਮ ਕਰ ਜਾਂਦਾ ਹੀ ਹੋਵਾਂਗੇ, ਕਿ ਭੁੱਲਣ ਅੰਦਰ ਸਭ ਕੋ ਭੁੱਲੋ। ਪਰ ਜਿੰਨਾ ਗਿਆਨ ਗੁਰੂ ਦਾ ਸਮਝ ਆ ਗਿਆ, ਉਹਨੂੰ ਜੀਵਨ 'ਚ ਲਾਗੂ ਕਰਿਓ, ਫਿਰ ਸਵਾਦ ਦੇਖਿਓ ਕੀ ਆਉਂਦਾ ਹੈ। ਇਹ ਤੁਸੀਂ ਦੇਖਿਓ, ਬਸ ਗੱਲ ਮੁੱਕ ਗਈ। ਜਦੋਂ ਗੁਰੂ ਦਾ ਵਚਨ ਕਮਾਉਣੇ ਹੈ ਨਾ, ਗੁਰੂ ਦਾ ਵਚਨ ਕਮਾ ਕੇ ਸਵਾਦ ਕੀ ਆਉਂਦਾ ਹੈ, ਇਹ ਤੁਸੀਂ ਵੇਖਿਓ। ਇਹ ਤੁਸੀਂ ਵੇਖਿਓ, ਗੱਲ ਖਤਮ ਹੈ। ਕੀ ਸਵਾਦ ਆਉਂਦਾ ਹੈ? ਤਾਂ ਤੇ ਗੁਰੂ ਦਾ ਗਿਆਨ ਸਿਰਫ ਪੜ੍ਹਨ ਵਾਸਤੇ ਨਹੀਂ, ਗੁਰੂ ਦਾ ਗਿਆਨ ਸਮਝ ਕੇ ਕਮਾਉਣ ਵਾਸਤੇ ਹੈ। ਸਮਝ ਕੇ ਕਮਾਉਣ ਵਾਸਤੇ। ਸਤਿਪੁਰਸ਼ਾਂ ਦੇ ਵਚਨ ਕੇਵਲ ਗੇੜੇ ਦੇਣ ਵਾਸਤੇ ਨਹੀਂ ਹੁੰਦੇ, ਵੀ ਇੰਨੇ ਪਾਠ ਕਰਤੇ, ਇੰਨੇ ਪਾਠ ਕਰਤੇ, ਇੰਨੀਆਂ ਗਿਣਤੀਆਂ ਕਰਤੀਆਂ। ਗੁਰਬਾਣੀ ਗੇੜੇ ਦੇਣ ਵਾਸਤੇ ਨਹੀਂ, ਗਿਣਤੀਆਂ ਪੂਰੀਆਂ ਕਰਨ ਵਾਸਤੇ ਨਹੀਂ।
ਨਾ ਗੁਰਬਾਣੀ ਦਾ ਗਿਆਨ ਪੜ੍ਹਨਾ ਮਨ ਨੂੰ ਸਮਝਾਉਣ ਵਾਸਤੇ। ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਐ ਗਿਆਨ, ਮਨ ਨੂੰ ਸਮਝਾਉਣ ਵਾਸਤੇ। ਭਾਵੇਂ ਥੋੜਾ ਕੁ ਗਿਆਨ ਹੀ ਪੜ੍ਹ ਲਓ। ਇਹ ਰੇਸਾਂ ਖਿੱਚ ਕੇ ਗਿਣਤੀਆਂ ਪੂਰੀਆਂ ਕਰਨ ਵਾਸਤੇ ਨਹੀਂ ਕਿ ਰੇਸ ਖਿੱਚੀ ਤੁਰੇ ਜਾਂਦੇ ਨੇ। ਜੇ ਪੁੱਛੀਏ ਰੇਸ ਕਾਤੇ ਖਿੱਚੀ ਹੈ ਭਾਈ, ਸਪੀਡ ਨਾਲ ਬਾਣੀ ਕਾਤੇ ਪੜ੍ਹਦੇ ਹੋ? ਕਹਿੰਦੇ ਅਸੀਂ ਗਿਣਤੀ ਪੂਰੀ ਕਰਨੀ ਹੈ, ਇੰਨੇ ਪਾਠ ਕਰਨੇ ਆ। ਉਹ ਰਹਿਣ ਦੇ ਗਿਣਤੀ ਪੂਰੀ ਕਰਨ ਨੂੰ। ਗੁਰਬਾਣੀ ਗਿਣਤੀਆਂ ਪੂਰੀਆਂ ਕਰਨ ਵਾਸਤੇ ਨਹੀਂ, ਗੁਰਬਾਣੀ ਮਨ ਨੂੰ ਸਮਝਾਉਣ ਵਾਸਤੇ ਹੈ। ਗੁਰਬਾਣੀ ਪੜ੍ਹਨ ਦਾ ਮਕਸਦ ਕੀ ਹੈ? ਸਾਡਾ ਮਨ ਸਮਝ ਜਾਵੇ ਗੁਰੂ ਦੇ ਗਿਆਨ ਰਾਹੀਂ। ਮਨ ਸਮਝਾਵਨ ਕਾਰਨੇ ਬਾਣੀ ਕਿਉਂ ਪੜ੍ਹਨੀ ਹੈ? ਬਾਣੀ ਦੇ ਫੈਸਲਾ ਦਿੱਤਾ ਨਾ ਵੀ ਮਨ ਨੂੰ ਸਮਝਾਉਣ ਵਾਸਤੇ, ਹੋਰ ਕਾਹਦੇ ਵਾਸਤੇ ਪੜ੍ਹਨੀ ਹੈ? ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਐ ਗਿਆਨ। ਕਸ਼ੂਕ ਦਾ ਭਾਵ ਥੋੜਾ ਕੀ ਗਿਆਨ ਪੜ੍ਹ ਲਓ, ਮਨ ਨੂੰ ਸਮਝਾ ਲਓ ਵੀ ਸਮਝ ਗਿਆ ਮਨਾ ਗੁਰੂ ਜੀ ਕੀ ਕਹਿੰਦੇ ਆ। ਫਿਰ ਮੰਨ ਜਾ ਗੁਰੂ ਦੀ ਗੱਲ, ਆਪਣੇ ਮਨ ਨੂੰ ਹੀ ਕਹਿ ਦਈਏ। ਫਿਰ ਮੰਨ ਜਾ, ਫਿਰ ਮਨਾ ਕੀ ਕਹਿੰਦੇ ਗੁਰੂ ਜੀ? ਮੰਨ ਜੇ ਤਾਂ ਫਿਰ ਮੰਨੇ ਕੀ ਗੱਤ ਕਹੀ ਨਾ ਜਾਏ। ਫਿਰ ਤਾਂ ਕਹਿਣ ਦੀ ਗੱਲ ਹੀ ਨਹੀਂ। ਇਸ ਕਰਕੇ ਏਦਾਂ ਇਹ ਨੁਕਤਿਆਂ ਨੂੰ ਸਮਝੋ। ਚਲੋ ਅੱਗੇ ਨਾਲੋਂ ਕਾਫੀ ਜਾਗਰਤੀ ਆਈ ਹੈ, ਕਾਫੀ ਖੈਰ ਭੈਣ ਭਰਾ ਗੁਰੂ ਦੇ ਗਿਆਨ ਨੂੰ ਸਮਝ ਕੇ ਕਮਾਉਣਾ ਸ਼ੁਰੂ ਕੀਤਾ। ਐਸੀ ਗੱਲ ਨਹੀਂ, ਪਰ ਹੋਰ ਜਾਨੀ ਕਿ ਗਹਿਰੇ ਰੂਪ ਚ ਬਾਣੀ ਨੂੰ ਸਮਝੋ ਤੇ ਗੁਰਬਾਣੀ ਦੇ ਗਿਆਨ ਨੂੰ ਜ਼ਿੰਦਗੀ ਚ ਲਾਗੂ ਕਰੋ। ਗੁਰਬਾਣੀ ਦਾ ਗਿਆਨ ਵਰਤਣ ਵਾਸਤੇ ਹੈ ਜ਼ਿੰਦਗੀ ਚ, ਇਹ ਕੇਵਲ ਅੰਨ੍ਹੇਵਾਹ ਪੜ੍ਹਨ ਵਾਸਤੇ ਨਹੀਂ। ਪੜੋ, ਸਮਝੋ, ਮੰਨੋ। ਹਉ ਵਾਰੀ ਜਿਉ ਵਾਰੀ, ਪੜ ਬੁੱਝ ਮਨ ਵਸਾਵਣੇ। ਪੜੋ, ਪੜ੍ਹ ਕੇ ਸਮਝੋ, ਸਮਝ ਕੇ ਮੰਨੋ। ਹਾਂ, ਜਦੋਂ ਸਮਝ ਆ ਗਈ ਗੁਰੂ ਦੇ ਉਪਦੇਸ਼ ਦੀ, ਬਾਰ-ਬਾਰ ਪੜ੍ਹਨਾ ਲਾਭਦਾਇਕ ਹੈ, ਕਿਉਂਕਿ ਬਾਰ-ਬਾਰ ਗੁਰੂ ਦੇ ਉਪਦੇਸ਼ ਨੂੰ ਦੁਹਰਾ ਕੇ ਰੈਪੀਟੀਸ਼ਨ ਕਰਕੇ ਉਪਦੇਸ਼ ਦ੍ਰਿੜ ਹੋ ਜਾਂਦਾ। ਇਹ ਠੀਕ ਹੈ, ਲਾਭ ਹੈ। ਕਿਉਂ ਇੱਕ ਵਾਰੀ ਕਈ ਵਾਰੀ ਭੁੱਲ ਜਾਂਦੇ ਹਾਂ। ਗੁਰੂ ਦਾ ਉਪਦੇਸ਼ ਵਾਰੀ-ਵਾਰੀ ਦੁਹਰਾਉਣ ਦੇ ਨਾਲ ਉਪਦੇਸ਼ ਸੁਰਤ ਮੰਡਲ ਵਿੱਚ ਵਸ ਜਾਂਦਾ ਹੈ, ਸੋਚ ਮੰਡਲ ਦਾ ਹਿੱਸਾ ਬਣ ਜਾਂਦਾ ਹੈ। ਗੁਰੂ ਦਾ ਗਿਆਨ ਸਾਡੀ ਸੋਚ ਮੰਡਲ ਦਾ ਹਿੱਸਾ ਬਣ ਜਾਵੇ, ਸੁਰਤ ਮੰਡਲ ਵਿੱਚ ਟਿਕ ਜਾਵੇ, ਫਿਰ ਗੁਰ ਮੇਰਾ ਸੰਗ ਸਦਾ ਹੈ ਨਾਲ। ਗੁਰ ਮੇਰੇ ਸੰਗ ਸਦਾ ਹੈ ਸਿਮਰ
ਫੇ ਗੁਰ ਮੇਰਾ ਸੰਗ ਸਦਾ ਹੈ ਨਾਲੇ। ਜਦੋਂ ਗੁਰੂ ਦਾ ਗਿਆਨ ਸੁਰਤ ਮੰਡਲ ਵਿੱਚ ਟਿਕ ਗਿਆ, ਸੋਚ ਮੰਡਲ ਦਾ ਹਿੱਸਾ ਬਣ ਗਿਆ, ਗੁਰੂ ਦੇ ਗਿਆਨ ਨੂੰ ਜੀਵਨ ਚ ਲਾਗੂ ਕਰ ਲਿਆ, ਫਿਰ ਮੇਰਾ ਸਤਿਗੁਰ ਹਰ ਵੇਲੇ ਮੇਰੇ ਨਾਲ ਆ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲਏ ਛੁਡਾਈ। ਇਹ ਗੱਲ ਸਮਝੀਏ। ਚਲੋ ਇੱਥੋਂ ਤੱਕ ਇਹ ਨੁਕਤਾ ਆਪਾਂ ਸਮਝ ਲਿਆ ਗੁਰਬਾਣੀ ਦੇ ਆਧਾਰ ਦੇ ਉੱਤੇ ਵੀ ਕੰਨ ਆਪਾਂ ਗੁਰੂ ਵੱਲ ਰੱਖਣਾ ਹੈ। ਵਿਸਥਾਰ ਸਮਝ ਲਿਆ ਨਾ। ਲੋਕਾਂ ਕੰਨੀ ਕੰਨ ਨਹੀਂ ਰੱਖਣਾ। ਰਿਸ਼ਤੇਦਾਰਾਂ ਨੂੰ, ਆਂਢੀਆਂ ਗਵਾਂਢੀਆਂ ਨੂੰ, ਲੋਕਾਂ ਨੂੰ ਪੁੱਛ ਕੇ ਨਹੀਂ ਵੀ ਆ ਕਿਵੇਂ, ਨਾ ਨਾ ਨਾ, ਗੁਰੂ ਨੂੰ ਪੁੱਛ। ਰਹਿਤ ਮਰਜ਼ਾਦਾ ਦੀ ਕਾਪੀ ਵੀ ਘਰੇ ਰੱਖੋ, ਉਹ ਵੀ ਦੇਖੋ। ਸਾਡਾ ਜੋ ਰੂਲ ਐਂਡ ਰੈਗੂਲੇਸ਼ਨ ਹੈ, ਕੋਡ ਆਫ ਕੰਡਕਟ, ਇੱਕੋ ਹੀ ਰਹਿਤ ਮਰਜ਼ਾਦਾ ਜੋ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੈ। ਕਿਸੇ ਡੇਰੇ ਦੀ ਮਰਜ਼ਾਦਾ ਨਹੀਂ ਮੰਨਣੀ। ਬੱਚੇ ਦਾ ਜਨਮ ਹੋਇਆ ਤੇ ਜਨਮ ਸੰਸਕਾਰ ਪੜ੍ਹ ਲਓ, ਪੁੱਛਣ ਜਾਣ ਦੀ ਲੋੜ ਹੀ ਨਹੀਂ ਕਿਸੇ ਨੂੰ। ਬਸ ਸਾਡੀ ਰਹਿਤ ਮਰਜ਼ਾਦਾ ਹੀ ਸਾਡਾ ਸੱਭਿਆਚਾਰ ਹੈ, ਬਸ ਇਹੀ ਸਾਡਾ ਕਲਚਰ ਹੈ। ਇਹ ਗੱਲਾਂ ਸਮਝੋ। ਉੱਥੇ ਸਾਰਾ ਦੱਸਿਆ ਹੋਇਆ ਵੀ ਬੱਚੇ ਦਾ ਜਨਮ ਹੁੰਦਾ ਜਦੋਂ ਗੁਰਸਿੱਖ ਦੇ ਘਰ ਕੀ ਕਰਨਾ ਕੀ ਨਹੀਂ ਕਰਨਾ, ਲਿਖਿਆ ਸਾਰਾ ਕੁਝ, ਪੜ੍ਹ ਲਓ। ਬੱਚੇ ਬੱਚੀ ਦਾ ਵਿਆਹ ਕਰਨਾ ਤਾਂ ਆਨੰਦ ਸੰਸਕਾਰ ਪੜ੍ਹ ਲਓ, ਲਿਖਿਆ ਪਿਆ ਸਾਰਾ ਕੁਝ, ਜੋ ਪੰਥ ਫੈਸਲਾ। ਜੇ ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਕੋਈ ਜੰਮਣ ਮਰਨਾ ਹੁਕਮ ਹੈ, ਅੰਤਮ ਸੰਸਕਾਰ ਪੜ੍ਹ ਲਓ, ਲਿਖਿਆ ਪਿਆ ਸਾਰਾ ਕੁਝ। ਸੋ ਏਦਾਂ ਇਹਨਾਂ ਗੱਲਾਂ ਨੂੰ ਸਮਝੋ ਤੇ ਨਾਲ ਕੰਨ ਇਹ ਨਾ ਰੱਖਿਆ ਕਰੋ, ਨਕਲੀ ਬਾਬਿਆਂ ਕੰਨੀ ਕੰਨ ਵੀ ਰੱਖਿਆ ਕਰੋ ਵੀ ਕੋਈ ਬਾਬਾ ਕੀ ਕਹਿੰਦਾ ਹੈ, ਬਾਬਾ ਕੀ ਕਹਿੰਦਾ ਹੈ। ਇਹ ਡੇਰੇਦਾਰ ਬਾਬੇ ਉਹ ਕੁਝ ਕਹਿੰਦੇ ਆ ਜਿਹੜਾ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ। ਆਪੂ ਬਣੇ ਮਹਾਂਪੁਰਖਾਂ ਦੀਆਂ ਗੱਲਾਂ ਇਹ ਸੱਚੇ ਮਹਾਂਪੁਰਖਾਂ ਨਾਲ ਰਲਦੀਆਂ ਨਹੀਂ। ਇਸ ਕਰਕੇ ਆਪੂ ਬਣੇ ਮਹਾਂਪੁਰਖਾਂ ਦੀਆਂ ਗੱਲਾਂ ਰੱਦ ਕਰ ਦਿਓ। ਤੇ ਆ ਸਾਡੇ ਕੋਲ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸੁਸ਼ੋਭਿਤ ਨੇ, ਸ਼ਬਦ ਰੂਪ ਦੇ ਵਿੱਚ। ਅਸੀਂ ਇਹਨਾਂ ਦੀ ਗੱਲ ਮੰਨਣੀ ਹੈ। ਆਪੂ ਬਣੇ ਮਹਾਂਪੁਰਖਾਂ ਦੀ ਗੱਲ ਬਾਣੀ ਨਾਲ ਰਲਦੀ ਨਹੀਂ, ਜਿਹੜੇ ਆਪੂ ਬਣੇ ਨੇ ਅੱਜ। ਇਸ ਕਰਕੇ ਗੁਰਬਾਣੀ ਵਾਲੇ ਮਹਾਂਪੁਰਖ ਤਾਂ ਗਲਤ ਹੋ ਨਹੀਂ ਸਕਦੇ, ਤੇ ਆਪੂ ਬਣੀ ਗਲਤ ਹੈ, ਸਿੱਧ ਹੋ ਗਿਆ ਨਾ। ਫਿਰ ਦੋਨਾਂ ਚੋਂ ਗਲਤ ਕੌਣ ਹੋਇਆ? ਜਿਹਦੀ ਗੱਲ ਗੁਰਬਾਣੀ ਨਾਲ ਨਹੀਂ ਰਲਦੀ। ਤੁਸੀਂ ਫੈਸਲਾ ਦੇ ਦਿਓ ਮਾੜਾ ਜਿਹਾ ਕਿ ਕਿਸੇ ਦੀ ਗੱਲ ਮੰਨ ਲਓ ਗੁਰਬਾਣੀ ਨਾਲ ਨਹੀਂ ਰਲਦੀ, ਫਿਰ ਗਲਤ ਕੌਣ ਹੈ? ਦੱਸੋ ਵੀ ਮਾੜਾ ਜਿਹਾ ਸਿੱਧਾ ਪ੍ਰਸ਼ਨ ਤੁਹਾਨੂੰ ਪੁੱਛਿਆ ਵੀ ਤੁਸੀਂ ਮਾੜਾ ਮੋਟਾ ਕਰੋ, ਏਦਾਂ ਜੀ ਕਿਵੇਂ ਸੁਸਤ ਜੀ ਜਾਂਦੇ ਹੋ ਵੀ ਗੁਰਬਾਣੀ ਨਾਲ ਜਿਹਦੀ ਗੱਲ ਨਹੀਂ ਰਲਦੀ, ਗਲਤ ਕੌਣ ਹੈ? ਜਿਹਦੀ ਗੱਲ ਨਹੀਂ ਰਲਦੀ, ਗੁਰਬਾਣੀ ਤਾਂ ਗਲਤ ਨਹੀਂ ਹੋ ਸਕਦੀ ਨਾ। ਬਸ ਫਿਰ ਇਹ ਆਪੂ ਬਣੇ ਮਹਾਂਪੁਰਖਾਂ ਦੀ ਕੋਈ ਗੱਲ ਹੀ ਨਹੀਂ ਰਲਦੀ ਬਾਣੀ ਨਾਲ। ਇਸ ਕਰਕੇ ਸਾਡੇ ਵਾਸਤੇ ਤਾਂ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ। ਸਾਡੇ ਤਾਂ ਮਹਾਂਪੁਰਖ ਹਰ ਹਰ ਮਹਾਂਪੁਰਖ ਗੁਰ, ਹਰ ਹਰ ਮਹਾਂਪੁਰਖ ਗੁਰ ਮੇਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਸਤਿਗੁਰ ਮਹਾਂਪੁਰਖ ਹੈ ਪਾਰਸ। ਇਹਨੇ ਪ੍ਰਮਾਣ ਤਾਂ ਬਹੁਤ ਹੋ ਗਏ ਨਾ। ਸਾਡੇ ਵਾਸਤੇ ਤਾਂ ਮਹਾਂਪੁਰਖ ਸਤਿਗੁਰ ਹੈ, ਇਹ ਆਪੂ ਬਣੇ ਨਹੀਂ। ਸਤਿਗੁਰ ਮਹਾਂਪੁਰਖ ਹੈ ਪਾਰਸ, ਜੋ ਲਾਗੈ ਸੋ ਫਲ ਪਾਵੈ ਗੋ। ਜੋ ਸਤਿਗੁਰੂ ਮਹਾਂਪੁਰਖ ਨਾਲ ਜੁੜ ਜੂ ਉਹਨੂੰ ਫਲ ਮਿਲ ਜਾਣਾ, ਜ਼ਿੰਦਗੀ ਸਫਲ ਹੋ ਜੂਗੀ। ਆਪੂ ਬਣਿਆਂ ਦੀ ਗੱਲ ਨਾ ਮੰਨਿਆ ਕਰੋ। ਸਾਡੀ ਕੋਈ ਵੀ ਗੱਲ ਬਾਣੀ ਤੋਂ ਬਾਹਰ ਹੈ, ਰੱਦ ਕਰ ਦਿਓ। ਵੀ ਇੱਥੇ ਪੰਥਪ੍ਰੀਤ ਸਿੰਘ ਭੁੱਲ ਕਰ ਗਿਆ, ਉਹ ਭੁੱਲ ਮੇਰੇ ਧਿਆਨ 'ਚ ਵੀ ਲਿਆ ਦਿਓ, ਉਹਦੀ ਆਪਾਂ ਸੋਧ ਕਰ ਲਾਂਗੇ। ਮੇਰੇ ਸਮੇਤ ਕਿਸੇ ਦੀ ਗੱਲ ਨਹੀਂ ਮੰਨਣੀ ਤੁਸੀਂ, ਨਾ ਨਾ ਨਾ। ਗੱਲ ਆਪਾਂ ਮੰਨਣੀ ਹੈ ਗੁਰਬਾਣੀ ਦੀ। ਗੁਰਬਾਣੀ ਦੀ ਗੁਰਬਾਣੀ ਦੀ ਗੱਲ ਕੋਈ ਸਮਝਾ ਦੇਵੇ, ਭੈਣ ਭਾਈਆਂ ਵਾਲਾ ਰਿਸ਼ਤਾ ਪਹਿਲਾਂ ਸਮਝ ਲਿਆ। ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ, ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ। ਜੀ ਤੋਂ ਵੀ ਅਸੀਂ ਗੁਰਬਾਣੀ ਰਾਹੀਂ ਪ੍ਰਮਾਤਮਾ ਦਾ ਜਸ ਸੁਣੀਏ, ਬਾਣੀ ਦਾ ਗਿਆਨ ਸੁਣੀਏ, ਬਸ ਉਹ ਸਾਡਾ ਭਾਈ ਮਿੱਤਰ ਹੈ। ਇਸ ਕਰਕੇ ਇੱਥੋਂ ਤੱਕ ਆਪਾਂ ਇਹ ਨੁਕਤਾ ਸਮਝ ਲਿਆ। ਜੇ ਸੱਚ ਨਾਲ ਜੁੜਨਾ ਤਾਂ ਇਹ ਨੁਕਤੇ ਵੀ ਸਮਝ ਲਏ ਨਾ। ਦੋਨੇ ਨੁਕਤੇ ਯਾਦ ਰੱਖਿਓ। ਜਾਤਾਂ ਗੋਤਾਂ ਦੇ ਤੰਗ ਪਿੰਜਰਿਆਂ ਤੋਂ ਬਾਹਰ ਨਿਕਲੋ। ਧਰਮ ਦਾ, ਸੱਚ ਦਾ ਜਾਤ ਗੋਤ ਨਾਲ ਕੋਈ ਸੰਬੰਧ ਨਹੀਂ। ਤੇ ਦੂਸਰਾ ਗੱਲ ਸਮਝ ਲਈ ਵੀ ਲੋਕ ਦਿਖਾਵਿਆਂ ਨੂੰ ਛੱਡ ਦਿਓ, ਲੋਕ ਲਾਜ ਛੱਡ ਦਿਓ। ਲੋਕਾਂ ਕੰਨੀ ਕੰਨ ਨਾ ਰੱਖੋ, ਕੰਨ ਰੱਖੋ ਗੁਰੂ ਕੰਨੀ।
ਜੇ ਜੀਵਨ ਦੀ ਬਾਜੀ ਜਿੱਤਣੀ ਹੈ। ਤੇ ਨਹੀਂ ਤਾਂ ਕਬੀਰ ਸਾਹਿਬ ਜੀ ਦਾ ਆਪਾਂ ਸ਼ਲੋਕ ਪੜ੍ਹ ਲਿਆ ਸੀ ਨਾ, ਦੀਨ ਗਵਾਇਆ ਦੁਨੀ ਸਿਓ, ਦੁਨੀਆ ਮਗਰ ਲੱਗ ਕੇ ਧਰਮ ਗਵਾ ਲਿਆ, ਦੀਨ ਗਵਾ ਲਿਆ। ਦੁਨੀ ਨਾ ਸਾਲੀ ਸਾਥ, ਦੁਨੀਆ ਮਰਿਆਂ ਦੇ ਨਾਲ ਨਹੀਂ ਜਾਣੀ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਹਿੰਦੇ ਗਾਫਲ ਨੇ ਆਪਣੇ ਹੱਥੀਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ, ਭਾਵ ਆਪਣਾ ਆਪ ਹੀ ਬਰਬਾਦ ਕਰ ਲਿਆ, ਕਿਉਂਕਿ ਲੋਕਾਂ ਕੰਨੀ ਕੰਨ ਰੱਖਿਆ। ਇੱਥੋਂ ਤੱਕ ਇਹ ਨਿਚੋੜ ਹੋ ਗਿਆ ਨਾ ਸਾਰਾ। ਉਹ ਸ਼ਲੋਕ ਵੀ ਯਾਦ ਰੱਖਿਓ, ਬਚਨ ਗੁਰੂ ਨਾਨਕ ਬਾਬਾ ਜੀ ਦਾ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਅੱਗ ਲਾ ਕੇ ਫੂਕਦੇ ਪਰੇ ਲੋਕਾਂ ਦੀਆਂ ਵਡਿਆਈਆਂ ਨੂੰ। ਜੇ ਲੋਕਾਂ ਮਗਰ ਨਾ ਲੱਗਿਆ ਤਾਂ ਵੱਧ ਲੋਕ ਬੱਲੇ ਬੱਲੇ ਨਹੀਂ ਕਰਨਗੇ। ਲੋਕਾਂ ਦੀ ਬੱਲੇ ਬੱਲਣ ਢਿੱਡ ਨਹੀਂ ਭਰਦਾ ਕਿਸੇ ਦਾ। ਗੁਰੂ ਦਾ ਵਚਨ ਕਮਾ ਕੇ ਨਾ ਐ ਸੰਤੁਸ਼ਟ ਹੋ ਜਾਂਦਾ ਮਨ, ਅੰਦਰ ਰੱਜ ਜਾਂਦਾ। ਲੋਕਾਂ ਦੀ ਬੱਲੇ ਬੱਲਣਾ ਜਮੇ ਨਹੀਂ ਰੱਜਦਾ, ਅੰਦਰ ਰੱਜ ਜੂਗਾ। ਇਸ ਕਰਕੇ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਲ, ਇੰਨੀ ਜਲੀ ਨਾਮ ਵਸਾਰਿਆ ਇੱਕ ਨਾ ਚੱਲੀਆਂ ਨਾਲ। ਗੁਰੂ ਜੀ ਕਹਿੰਦੇ ਨਾ, ਅੱਗ ਲਾਉਣੀਆਂ ਵਡਿਆਈਆਂ ਨੇ ਤੈਨੂੰ ਪ੍ਰਮਾਤਮਾ ਭੁਲਾ ਦਿੱਤਾ। ਇਹ ਦੁਨੀਆ ਦੀਆਂ ਅੱਗ ਲਾਉਣੀਆਂ ਵਡਿਆਈਆਂ ਦੇ ਵਿੱਚੋਂ ਇੱਕ ਵੀ ਨਾਲ ਨਹੀਂ ਜਾਂਦੀ। ਯਾਦ ਕਰਨ ਵਾਸਤੇ ਇੱਕ ਵਾਰੀ ਹੋਰ ਪੜ੍ਹ ਲਓ ਗੁਰੂ ਦਾ ਵਚਨ। ਦੁਹਰਾਉਣਾ ਤਾਂ ਪੈਂਦਾ ਵੀ ਯਾਦ ਕਰ ਲਓ ਨਾਲ ਦੀ ਨਾਲ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਅੱਗ ਲਾ ਕੇ ਫੂਕਦੇ। ਇੰਨੀ ਜਲੀ ਨਾਮ ਵਸਾਰਿਆ। ਜਲੀ ਦਾ ਮਤਲਬ ਨਾ ਅੱਗ ਲਾਉਣੀਆਂ ਵਡਿਆਈਆਂ ਨੇ ਪ੍ਰਮਾਤਮਾ ਭੁਲਾਤਾ, ਇੱਕ ਨਾ ਚੱਲੀਆਂ ਨਾਲ, ਇੱਕ ਨਹੀਂ ਨਾਲ ਜਾਣੀ। ਇਸ ਕਰਕੇ ਇਹ ਰਿਹਾ ਜੀ ਸੱਚ ਨਾਲ ਜੁੜਨ ਵਾਸਤੇ ਇਹ ਜੋ ਆਪਾਂ ਨੁਕਤੇ ਸਮਝ ਲਏ ਇਹ ਜ਼ਰੂਰੀ ਹੈ। ਜੇ ਸੱਚ ਨਾਲ ਜੁੜਨਾ ਤੇ ਗੁਰਬਾਣੀ ਤੋਂ ਬਿਨਾਂ ਗੱਲ ਮੰਨਣੀ ਨਹੀਂ ਕਿਸੇ ਦੀ, ਆਪਾਂ ਪਹਿਲਾਂ ਗੱਲ ਸਮਝ ਲਈ। ਆਓ ਜੋ ਸ਼ਬਦ ਆਪਾਂ ਸ਼ੁਰੂ ਦੇ ਵਿੱਚ ਪੜ੍ਹਿਆ ਹੁਣ ਸੰਖੇਪ ਚ ਵਿਚਾਰ ਕਹਿ ਦੇਵਾਂ। ਆਸਾ ਰਾਗ ਦੇ ਵਿੱਚੋਂ ਸ਼ੇਖ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਆਪਾਂ ਨੇ ਗਾਇਨ ਕੀਤਾ ਸ਼ੁਰੂ ਚ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਆਸ਼ਾ, ਸ਼ੇਖ ਫਰੀਦ ਸਾਹਿਬ ਦੀ ਬਾਣੀ ਹੈ। ਕਹਿੰਦੇ ਜਿਨ੍ਹਾਂ ਦਾ ਦਿਲੋਂ ਪਿਆਰ ਹੈ ਨਾ ਪ੍ਰਮਾਤਮਾ ਨਾਲ, ਉਹੀ ਸੱਚੇ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਸੱਚੇ ਆ ਬੋਲਣਾ ਇੱਥੇ। ਸੱਚਿਆ ਦਾ ਭਾਵ ਉਹੀ ਸੱਚੇ ਹੈ ਜਿਨ੍ਹਾਂ ਦਾ ਦਿਲੋਂ ਪਿਆਰ ਹੈ ਮਾਲਕ ਦੇ ਨਾਲ, ਪ੍ਰਮਾਤਮਾ ਨਾਲ। ਦਿਲੋਂ ਪਿਆਰ ਪਾਈਏ ਮਾਲਕ ਨੂੰ, ਹਾਜ਼ਰ ਜਾਣ ਕੇ ਪਿਆਰ ਕਰੀਏ। ਕਿਉਂਕਿ ਪਿਆਰ ਤਾਂ ਹੀ ਪੈ ਸਕਦਾ ਜੇ ਸਾਡਾ ਮਨ ਮੰਨ ਲਵੇ ਵੀ ਮੇਰਾ ਮਾਲਕ ਮੇਰੇ ਕੋਲ ਹੀ ਹੈ, ਕੋਲ ਹੀ ਹੈ ਮੇਰੇ। ਬਹੁਤ ਵਾਰ ਪੜ੍ਹਿਆ, ਫਿਰ ਦੜ ਕਰ ਲਓ। ਸਾਜਨੜਾ ਮੇਰਾ ਸਾਜਨੜਾ, ਮੇਰਾ ਪਿਆਰਾ ਬਿਲਕੁਲ ਮੇਰੇ ਕੋਲ ਹੀ ਹੈ।
ਤਾਂ ਹੀ ਪਿਆਰ ਪੈਂਦਾ ਨਾ, ਕੋਲ ਵਾਲੇ ਨਾਲ ਹੀ ਪਿਆਰ ਪੈਂਦਾ। ਪ੍ਰਮਾਤਮਾ ਕਿਸੇ ਸੱਤਵੇਂ ਆਕਾਸ਼ ਤੇ ਨਹੀਂ ਬੈਠਾ, ਪ੍ਰਮਾਤਮਾ ਕਿਸੇ ਖੀਰ ਸਮੁੰਦਰ 'ਚ ਨਹੀਂ ਵੜਿਆ ਹੋਇਆ, ਪ੍ਰਮਾਤਮਾ ਕਿਸੇ ਸੱਤਵੇਂ ਪਤਾਲ 'ਚ ਨਹੀਂ ਰਹਿੰਦਾ, ਪ੍ਰਮਾਤਮਾ ਕਿਸੇ ਆਕਾਸ਼ ਦੇ ਸੁਰਗ 'ਚ ਨਹੀਂ ਰਹਿੰਦਾ। ਪ੍ਰਮਾਤਮਾ ਤਾਂ ਸਾਰੀ ਸਰਬ ਵਿਆਪਕ ਹੈ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ, ਉਹ ਤਾਂ ਹਰ ਵੇਲੇ ਮੇਰੇ ਕੋਲ ਹੀ ਹੈ। ਉਹ ਮੇਰੇ ਇਹਨੂੰ ਕਹਿੰਦੇ ਨੇ ਦਿਲੋਂ ਮੁਹੱਬਤ। ਬਾਣੀ ਦਾ ਅਰਥ ਆਪਾਂ ਬਾਣੀ ਕਿਉਂ ਕੀਤਾ ਨਾ, ਸ਼ੇਖ ਫਰੀਦ ਸਾਹਿਬ ਕਹਿੰਦੇ ਦਿਲੋਂ ਮੁਹੱਬਤ ਪਾ ਰੱਬ ਨਾਲ। ਐਵੇਂ ਜਵਾਨੀ ਕਲਾਮੀ ਨਾ ਕਿਹਾ ਕਰ ਵੀ ਹਾਂ ਜੀ ਰੱਬ ਹੈਗਾ ਜੀ, ਕਰਮ ਕਰਨ ਵੇਲੇ ਤੂੰ ਰੱਬ ਦਾ ਭੈ ਨਹੀਂ ਮੰਨਦਾ, ਦੁਕਾਨ ਤੇ ਜਾ ਕੇ, ਦਫ਼ਤਰ ਤੇ ਜਾ ਕੇ, ਮੈਰਿਜ ਪੈਲਸ ਤੇ ਜਾ ਕੇ ਰੱਬ ਮੰਨੇ ਕਦੇ? ਦਿਲੋਂ ਮੁਹੱਬਤ ਨਹੀਂ ਨਾ। ਇਸ ਕਰਕੇ ਸੱਚੇ ਧਰਮੀ ਉਹੀ ਹੈ ਭਾਈ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਦਿਲੋਂ ਪਿਆਰ ਹੈ। ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਹੋਰ ਹੈ, ਮੁਖ ਵਿੱਚ ਹੋਰ ਹੈ, ਬਨੌਟੀ ਸ਼ਖਸੀਅਤ, ਨਕਲੀ ਜੀਵਨ, ਜੀਵਨਾ ਕੁਛ ਹੋਰ ਕਹਿਣਾ, ਮਨ ਦੇ ਵਿੱਚ ਕੁਛ ਹੋਰ, ਕੱਚੇ ਹੁੰਦੇ ਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ, ਕਾਂਡੇ ਦਾ ਭਾਵ ਹੈ ਕਹੇ ਜਾਂਦੇ ਆ, ਆਖੇ ਜਾਂਦੇ ਆ, ਕਹਿ ਲੋ ਉਹ ਕੱਚੇ ਆਖੇ ਜਾਂਦੇ ਆ ਭਾਈ, ਸੇ ਕਾਂਡੇ ਕੱਚੇ ਆ, ਉਹ ਕੱਚਿਆਂ ਦੇ ਵਿੱਚ ਕੱਢੇ ਜਾਂਦੇ ਆ, ਕੱਚੇ ਆਖੇ ਜਾਂਦੇ ਆ। ਕਾਂਡੇ ਦਾ ਅਰਥ ਆਖੇ। ਇਸ ਕਰਕੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਰਹਾਓ। ਜਿਹੜੇ ਪ੍ਰਮਾਤਮਾ ਦੇ ਦੀਦਾਰ ਦੇ ਪਿਆਰ ਵਿੱਚ ਰੰਗੇ ਹੋਏ ਐ, ਰੱਬ ਦੇ ਇਸ਼ਕ ਵਿੱਚ ਰੱਤੇ ਹੋਏ ਐ। ਇਸ਼ਕ ਸੱਚਾ ਇਸ਼ਕ ਕੀ ਹੈ? ਰੱਬੀ ਇਸ਼ਕ, ਜਿਹਨੂੰ ਇਸ਼ਕ ਹਕੀਕੀ ਕਿਹਾ ਜਾਂਦਾ ਹੈ। ਇਹ ਕਾਮ ਦਾ ਸ਼ੁੱਧ ਰੂਪ ਹੈ। ਸ਼ੁੱਧ ਕਾਮ ਕੀ ਹੈ? ਰੱਬੀ ਪਿਆਰ, ਰੱਬੀ ਇਸ਼ਕ। ਜਿਹੜੇ ਪ੍ਰਮਾਤਮਾ ਦੇ ਦੀਦਾਰ ਦੇ ਪਿਆਰ ਵਿੱਚ, ਰੱਬੀ ਇਸ਼ਕ ਵਿੱਚ ਰੱਤੇ ਹੋਏ ਐ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ ਰਹਾਓ। ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਭੁੱਲਿਆ, ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਉਹ ਤਾਂ ਭਾਈ ਧਰਤੀ ਉੱਤੇ ਭਾਰ ਹੀ ਹੈ। ਜਿਹੜੇ ਪ੍ਰਮਾਤਮਾ ਨੂੰ ਭੁੱਲ ਕੇ ਪੁੱਠੇ ਕੰਮ ਕਰਦੇ ਫਿਰਦੇ ਆ ਨਾ, ਉਹ ਤਾਂ ਕਹਿੰਦੇ ਧਰਤੀ ਤੇ ਬੋਝ ਹੀ ਹੈ। ਇਸ ਕਰਕੇ ਧਰਤੀ ਤੇ ਬੋਝ ਨਾ ਬਣੀਏ, ਪੁੱਠੇ ਕੰਮ ਨਾ ਕਰੀਏ, ਨਸ਼ੇ ਵਿਸ਼ੇ ਛੱਡ ਦਈਏ। ਗਲਤ ਕੰਮ ਕਰਨ ਵਾਲਾ ਮਨੁੱਖ ਧਰਤੀ ਤੇ ਭਾਰ ਹੈ, ਬੋਝ ਹੈ। ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਨੇ ਦੀ ਮਾਓ ਆਏ ਸਫਲ ਸੇ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਕਹਿੰਦੇ ਭਾਈ ਉਹੀ ਪ੍ਰਮਾਤਮਾ ਦੇ ਦਰ ਦੇ ਫਕੀਰ ਹੈ ਜਿਹੜੇ ਪ੍ਰਮਾਤਮਾ ਨੇ ਆਪਣੇ ਲੜ ਲਾਏ ਹੈ। ਦਰਵੇਸ਼ ਦਾ ਅਰਥ ਫਕੀਰ। ਇੱਥੇ ਇਸ਼ਾਰਾ ਗਹਿਰਾ ਦਿੱਤਾ ਸ਼ੇਖ ਫਰੀਦ ਸਾਹਿਬ ਨੇ ਵੀ ਦਰਵੇਸ਼ ਕੱਪੜਿਆਂ ਦਾ ਨਾਮ ਨਹੀਂ। ਆਮ ਤੌਰ ਤੇ ਕੀ ਚੱਲਦਾ? ਕਾਲੇ ਕੱਪੜੇ ਪਾ ਲਓ ਦਰਵੇਸ਼ ਹੈ, ਗਿਰਵੇ ਕੱਪੜੇ ਪਾ ਲਓ ਕਹਿੰਦੇ ਸਾਧੂ ਮਹਾਤਮਾ, ਕੋਈ ਚਿੱਟੇ ਕੱਪੜੇ ਪਾ ਲਓ ਕਹਿੰਦੇ ਕੋਈ ਸੰਤ ਹੈ। ਭਾਵ ਕਿ ਦੁਨੀਆ ਕੱਪੜਿਆਂ ਨੂੰ ਹੀ ਮਹਾਰਾਜ ਜੀ ਕਹੀ ਜਾਂਦੀ ਹੈ, ਕੱਪੜੇ ਨਹੀਂ ਮਹਾਰਾਜ ਜੀ। ਹਾਂ, ਜਿਸ ਤਰ੍ਹਾਂ ਦਾ ਕਿੱਤਾ ਉਦਾਂ ਦੇ ਕੱਪੜੇ ਪਾਉਣੇ ਪੈਂਦੇ ਆ। ਜਿਵੇਂ ਵਕੀਲ ਹੈ ਉਦਾਂ ਹੀ ਜਾਨੀ ਕਿ ਜਾਊ ਨਾ ਕੋਰਟ ਵਿੱਚ, ਜਿੱਦਾਂ ਦੀ ਉਹਦੀ ਡਰੈਸ ਹੈ। ਏਦਾਂ ਹੁਣ ਅਸੀਂ ਪ੍ਰਚਾਰਕ ਹਾਂ, ਥੋੜਾ ਖੁੱਲੇ ਕੱਪੜੇ ਪਾ ਲਈਦੇ ਆ, ਗੱਡੀ 'ਚ ਸਟੇਜ ਤੇ ਚੌਂਕੜਾ ਲਾ ਕੇ ਬੈਠਣਾ ਸੌਖਾ ਹੋ ਜਾਂਦਾ। ਹੁਣ ਇਹ ਨਹੀਂ ਵੀ ਚੋਲੇ ਦਾ ਨਾਂ ਸੰਤ ਹੈ ਨਾ, ਕੱਪੜਿਆਂ 'ਚੋਂ ਬੰਦੇ ਨੂੰ ਦੇਖਣੇ, ਕੱਪੜੇ ਨਹੀਂ ਦੇਖਣੇ। 99% ਲੋਕ ਕੇਵਲ ਕੱਪੜੇ ਦੇਖਦੇ ਆ, 99। ਇਸ ਕਰਕੇ ਇੱਥੇ ਗਹਿਰੀ ਰਮਜ ਦੇਤੀ ਵੀ ਰੱਬ ਦੇ ਦਰ ਦੇ ਫਕੀਰ ਉਹ ਨੇ ਜਿਹੜੇ ਮਾਲਕ ਦੇ ਲੜ ਲੱਗੇ ਹੋਏ ਆ। ਇੱਕ ਸ਼ਲੋਕ ਦੇ ਵਿੱਚ ਸ਼ੇਖ ਫਰੀਦ ਸਾਹਿਬ ਜੀ ਨੇ ਆਪਣੇ ਤੇ ਗੱਲ ਲਾ ਕੇ ਦੁਨੀਆ ਨੂੰ ਸਮਝਾਤੀ। ਕਿਉਂ ਕਈ ਵਾਰ ਨਾ ਸਤਿਪੁਰਸ਼ ਆਪਣੇ ਤੇ ਗੱਲ ਲਾ ਕੇ ਦੂਜੇ ਨੂੰ ਸਮਝਾ ਦਿੰਦੇ ਆ, ਜਿਹਨੂੰ ਕਿਹਾ ਜਾਂਦਾ ਉੱਤਮ ਪੁਰਖ ਦੇ ਵਿੱਚ ਬੋਲਣਾ, ਫਸਟ ਪਰਸਨ ਦੇ ਵਿੱਚ ਬੋਲ ਕੇ ਨਾ, ਇਹਨੂੰ ਉੱਤਮ ਪੁਰਖ ਦੀ ਬਾਣੀ ਕਿਹਾ ਜਾਂਦਾ ਵੀ ਆਪਣੇ ਤੇ ਗੱਲ ਲਾ ਕੇ ਦੁਨੀਆ ਨੂੰ ਸਮਝਾਤੀ।
ਸ਼ਲੋਕ ਦੇ ਵਿੱਚ ਸਮਝਾਈ ਆ ਨਾ, ਪੜ੍ਹ ਲਓ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲੇ ਮੈਂਡੇ ਕੱਪੜੇ, ਕਾਲੇ ਮਹਿੰਦੇ ਕੱਪੜੇ, ਫਰੀਦਾ ਕਾਲੇ ਮਹਿੰਦੇ ਕੱਪੜੇ, ਕਾਲਾ ਮੈਂਡਾ ਬੇਸ, ਕਾਲੇ ਮੈਂਡੇ ਕੱਪੜੇ, ਕਾਲੇ ਮੈਂਡੇ ਕੱਪੜੇ, ਕਾਲਾ ਮਹਿੰਦਾ ਵੇਸ, ਕਾਲੇ ਮਹਿੰਦੇ ਕੱਪੜੇ, ਕਾਲੇ ਮਹਿੰਦੇ ਕੱਪੜੇ, ਗੁਨਾਹੀ ਭਰਿਆ ਮੈਂ ਫਿਰਾਂ, ਗੁਨਾਹੀ ਭਰਿਆ ਮੈਂ ਫਿਰਾਂ, ਨਹੀਂ ਭਰਿਆ ਮੈਂ ਫਿਰਾਂ, ਨਹੀਂ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼, ਗੁਨਾਹੀ ਭਰਿਆ ਮੈਂ ਫਿਰਾਂ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼, ਨਹੀਂ ਭਰਿਆ ਮੈਂ ਫਿਰਾਂ, ਨਹੀਂ ਭਰਿਆ ਮੈਂ ਫਿਰਾਂ। ਇੱਥੇ ਸ਼ੇਖ ਫਰੀਦ ਸਾਹਿਬ ਜੀ ਨੇ ਉੱਤਮ ਪੁਰਖ ਦੇ ਵਿੱਚ ਬੋਲ ਕੇ ਆਪਾਂ ਨੂੰ ਗੱਲ ਸਮਝਾਤੀ, ਆਪਣੇ ਤੇ ਗੱਲ ਲਾ ਕੇ ਕੀ ਕਹਿੰਦੇ, ਫਰੀਦਾ ਕਾਲੇ ਮੈਂਡੇ ਕੱਪੜੇ। ਸ਼ੇਖ ਫਰੀਦ ਸਾਹਿਬ ਕਹਿੰਦੇ ਮੇਰੇ ਕਾਲੇ ਕੱਪੜੇ ਆ, ਮੈਂ ਕਾਲੇ ਕੱਪੜੇ ਪਾਲੇ, ਕਾਲੇ ਮੈਂਡੇ ਕੱਪੜੇ। ਕਾਲਾ ਮੈਂਡਾ ਵੇਸ, ਕਹਿੰਦੇ ਕੱਲੇ ਕੱਪੜੇ ਹੀ ਨਹੀਂ ਕਾਲੇ ਪਾਏ, ਮੈਂ ਸਾਰੀ ਵੇਸ ਭੂਸ਼ਾ ਹੀ ਕਾਲੀ ਕਰ ਲਈ, ਦਸਤਾਰ ਵੀ ਕਾਲੀ ਸਜਾ ਲਈ, ਗਲ ਦੇ ਵਿੱਚ ਵੀ ਕਾਲਾ ਪਰਨਾ ਪਾ ਲਿਆ। ਕਹਿੰਦੇ ਮੈਂ ਮੇਰੀ ਪੂਰੀ ਵੇਸ਼ ਭੂਸ਼ਾ ਹੀ ਕਾਲੀ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ। ਇਹ ਪਾਠ ਕਰਨ ਵਾਲੇ ਵੀਰ ਨੋਟ ਕਰ ਲਿਓ, ਗੁਨਾਹੀ, ਗੁਣਹੀ ਪਾਠ ਨਹੀਂ ਕਰਨਾ, ਗੱਗੇ ਨੂੰ ਰੋਕ ਕੇ ਬੋਲਣਾ। ਗੁਨਾਹ ਦਾ ਬਹੁਵਚਨ ਹੈ, ਗੁਨਾਹ ਦਾ ਅਰਥ ਕੀ ਹੁੰਦਾ, ਔਗਣ। ਗੁਨਾਹ ਦਾ ਬਹੁਵਚਨ ਕੀ ਬਣ ਗਿਆ, ਗੁਨਾਹੀ, ਗੁਨਾਹੀ, ਗੁਨਾਹੀ ਭਰਿਆ ਮੈਂ ਫਿਰਾਂ। ਕਹਿੰਦੇ ਮੈਂ ਤਾਂ ਔਗਣਾਂ ਦਾ ਭਰਿਆ ਫਿਰਦਾ। ਯਾਦ ਰੱਖਿਓ ਜੀ, ਫਰੀਦ ਸਾਹਿਬ ਔਗਣਾਂ ਦੇ ਭਰੇ ਨਹੀਂ, ਆਪਾਂ ਨੂੰ ਸਮਝਾ ਰਹੇ ਨੇ ਆਪਣੇ ਤੇ ਗੱਲ ਲਾ ਕੇ। ਕਹਿੰਦੇ ਮੈਂ ਤਾਂ ਔਗਣਾਂ ਦਾ ਭਰਿਆ ਫਿਰਦਾ। ਸ਼ੇਖ ਫਰੀਦ ਸਾਹਿਬ ਕਹਿੰਦੇ ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਤੇ ਲੋਕ ਨਾ ਮੇਰੇ ਕਾਲੇ ਕੱਪੜੇ ਦੇ ਦੇਖੀ ਮੈਨੂੰ ਦਰਵੇਸ਼ ਕਹੀ ਜਾਂਦੇ ਆ, ਭਾਵ ਕਿ ਦੁਨੀਆ ਕੱਪੜੇ ਚੋਂ ਬੰਦਾ ਨਹੀਂ ਦੇਖਦੀ, ਕੱਪੜਿਆਂ ਨੂੰ ਦਰਵੇਸ਼ ਕਹੀ ਜਾਂਦੀ ਹੈ। ਬੋਲੋ ਸਤਨਾਮ। ਸਮਝਾ ਗਏ ਨਾ ਉਹੀ ਗੱਲ ਆ। ਕਹਿੰਦੇ ਲੋਕ, ਕਹਿੰਦੇ ਮੇਰੇ ਔਗਣਾ ਕੰਨੀ ਨਹੀਂ ਲੋਕ ਵੇਖਦੇ, ਨੋ ਨੋ ਨੋ, ਕਹਿੰਦੇ ਮੇਰੇ ਕਾਲੇ ਕੱਪੜਿਆਂ ਨੂੰ ਦੇਖ ਦੇਖ ਕੇ ਕਹਿੰਦੇ ਦਰਵੇਸ਼ ਕਹੀ ਜਾਂਦੇ ਆ। ਜਾਣਦੇ ਮੈਨੂੰ ਹੈ ਨਹੀਂ, ਜਾਣਦੇ ਹੈ ਨਹੀਂ ਕੱਪੜਿਆਂ ਨੂੰ ਮਹਾਰਾਜ ਜੀ। ਸਿੱਧ ਹੋ ਗਿਆ ਬਾਣੀ ਤੋਂ, ਕੱਪੜਿਆਂ ਦਾ ਨਾਮ ਮਹਾਰਾਜ ਜੀ ਨਹੀਂ। ਰੱਬ ਦੇ ਦਰ ਦੇ ਫਕੀਰ ਉਹ ਨੇ ਜਿਹੜੇ ਰੱਬ ਦੇ ਲੜ ਲੱਗੇ ਆ, ਜਿਹੜੇ ਹਰ ਕੰਮ ਉਹਦੇ ਭੈਚ ਰਹਿ ਕੇ ਕਰਦੇ ਆ। ਇਸ ਕਰਕੇ ਇਹ ਗੱਲ ਨੂੰ ਅਸੀਂ ਸਮਝਣਾ, ਇੱਕ ਕਹਾਣੀ ਜਿਹੀ ਪਾ ਦੇਵਾਂ ਗੱਲ ਸਮਝਣ ਵਾਸਤੇ। ਇੱਕ ਕਹਾਣੀ ਹੈ, ਸਟੋਰੀ। ਇੱਕ ਤਾਂ ਹੁੰਦੀ ਹੈ ਇਤਿਹਾਸਕ ਘਟਨਾ, ਇੱਕ ਹੁੰਦੀ ਹੈ ਕਹਾਣੀ। ਕਹਿੰਦੇ ਨਾ ਕਿਸੇ ਪਿੰਡ ਦੇ ਵਿੱਚ ਕੋਈ ਬੱਸ ਜਾਂਦੀ ਸੀ ਗੁਰ ਅਸਥਾਨਾਂ ਦੀ ਯਾਤਰਾ ਤੇ। ਇੱਕ ਮਾਤਾ ਆਪਣੀ ਨੂੰਹ ਨੂੰ ਕਹਿਣ ਲੱਗੀ ਮੈਂ ਵੀ ਜਾ ਆਵਾਂ ਗੁਰਸਥਾਨਾਂ ਦੀ ਯਾਤਰਾ ਤੇ। ਬੱਸ ਜਾਂਦੀ ਹੈ ਆਪਣੇ ਪਿੰਡੋਂ। ਚਲੋ ਨੂੰਹ ਸਿਆਣੀ ਸੀ, ਕਹਿੰਦੀ ਮਾਂ ਜੀ ਜਾਇਆ ਤਾਂ ਘਰਾਂ ਦੇ ਕੰਮ ਨਿਬੜਦੇ ਹੀ ਨਹੀਂ, ਚਲ ਕੋਈ ਨਹੀਂ ਜਾਇਆ ਆਪੀ ਸਰਦਾ। ਚਲੋ ਮਾਂ ਜੀ ਤਾਂ ਚਲੇ ਗਏ ਯਾਤਰਾ ਤੇ। ਸ਼ਾਮ ਨੂੰ ਨਾ ਜਿਸ ਵੇਲੇ ਮੱਝ ਦੀ ਧਾਰ ਕੱਢਣ ਦਾ ਸਮਾਂ ਹੋਇਆ, ਬੀਬੀ ਲੈ ਕੇ ਬਾਲਟੀ ਮੱਝ ਕੋਲੇ ਹੋਈ, ਮਾੜਾ ਜਿਹਾ ਹੱਥ ਲਾਇਆ ਥਾਣਾ ਨੂੰ ਤੇ ਮੱਝ ਨੇ ਲੱਤ ਚਲਾਤੀ, ਕਿਉਂਕਿ ਮੱਝ ਮਾਂ ਜੀ ਦੇ ਹੱਥ ਪਈ ਹੋਈ ਸੀ। ਤੇ ਬੀਬੀ ਨੇ ਸੋਚਿਆ, ਉਹ ਮਾਤਾ ਦੀ ਨੂੰਹ ਨੇ, ਵੀ ਕਿਤੇ ਸਾਟੀ ਨਾ ਮਾਰ ਦੇ, ਚੱਲ ਮੈਂ ਰਹਿਣ ਦੇਵਾਂ। ਬਾਲਟੀ ਰੱਖਤੀ। ਇਹਨੇ ਥੋੜੇ ਕੁ ਸਮੇਂ ਬਾਅਦ ਉਹ ਮਾਈ ਦਾ ਪੁੱਤ ਭਾਵੋ ਬੀਬੀ ਦੇ ਘਰ ਵਾਲਾ ਆ ਗਿਆ ਖੇਤੋਂ ਘਰੇ ਤੋਂ ਆਇਆ। ਉਹ ਬੀਬੀ ਆਪਣੇ ਘਰ ਵਾਲੇ ਨੂੰ ਕਹਿੰਦੀ ਜੀ ਆਪਾਂ ਤਾਂ ਇੱਕ ਜੱਬ ਹੀ ਕਰ ਲਿਆ। ਕਹਿੰਦਾ ਕੀ? ਕਹਿੰਦੀ ਮਾਂ ਜੀ ਤਾਂ ਚਲੇ ਗਏ ਯਾਤਰਾ ਤੇ, ਉਹ ਯਾਦ ਹੀ ਨਾ ਆਇਆ ਵੀ ਮੱਝ ਤਾਂ ਮਾਂ ਜੀ ਦੇ ਨਾਂ ਹੱਥ ਪਈ ਹੈ ਤੇ ਉਹ ਮੱਝ ਤਾਂ ਲਵੀ ਨਹੀਂ ਲੱਗਣ ਦਿੰਦੀ, ਹੁਣ ਕਿਵੇਂ ਕਰੀਏ? ਮਾਂ ਜੀ ਤੱਕ ਤੇ 15-20 ਦਿਨਾਂ ਨੂੰ ਆਉਣਗੇ, ਇਹ ਧਾਰ ਦਾ ਤਾਂ ਜੱਬ ਹੀ ਹੋ ਗਿਆ ਹੁਣ। ਉਹ ਕਹਿੰਦਾ ਲੈ ਇਹ ਬੜੀ ਗੱਲ ਹੈ, ਬੇਬੇ ਵਾਲੇ ਕੱਪੜੇ ਪਾ ਕੇ ਚੋਲਾ ਖਾਂ।
ਕਹਿੰਦੀ ਹਾਂ ਲੈ ਮੇਰੇ ਨਹੀਂ ਖਿਆਲ ਆਇਆ ਸੀ, ਠੀਕ ਹੈ। ਉਹ ਕੀ ਹੋਇਆ, ਉਹ ਬੀਬੀ ਆਪਦੀ ਸੱਸ ਵਾਲਾ ਸੂਟ ਪਾਇਆ ਜੀ, ਸੱਸ ਵਾਲਾ ਸੂਟ। ਹੁਣ ਸੱਸ ਵਾਲਾ ਸੂਟ ਪਾ ਕੇ ਤਾਂ ਮਾਂ ਜੀ ਨਹੀਂ ਬਣ ਗਈ। ਸੱਸ ਵਾਲਾ ਸੂਟ ਪਾ ਕੇ ਜਦੋਂ ਲਾਇਆ ਮੱਝ ਦੇ ਹੱਥ ਮੜਾ ਥਣ ਨੂੰ, ਉਹਨੇ ਲੱਤ ਫੇਰ ਚਲਾਤੀ, ਕਿਉਂਕਿ ਕੱਪੜੇ ਥੋੜਾ ਦੇਖਦੀ ਸੀ ਮੱਝ, ਤਾਂ ਬੰਦਾ ਪਛਾਣਦੀ ਸੀ। ਬੋਲੋ ਸਤਨਾਮ। ਪਸ਼ੂ ਵੀ ਕੱਪੜਿਆਂ ਚੋਂ ਬੰਦੇ ਨੂੰ ਪਛਾਣ ਗਿਆ, ਪਰ ਮਨੁੱਖ ਹੋ ਕੇ ਤੂੰ ਨਹੀਂ ਪਛਾਣਦਾ। ਬੋਲੋ ਸਤਨਾਮ। ਪਸ਼ੂ ਨੇ ਵੀ ਕੱਪੜੇ ਨਹੀਂ ਦੇਖੇ, ਪਸ਼ੂ ਨੂੰ ਭੁਲੇਖਾ ਨਹੀਂ ਪਿਆ, ਪਸ਼ੂ ਨੇ ਦੇਖ ਲਿਆ ਹੁਣ ਕੱਪੜੇ ਪਾ ਕੇ ਥੋੜਾ ਮਾਂ ਜੀ ਬਣ ਗਈ, ਇਹਦਾ ਕੱਪੜੇ ਆ। ਕਹਿਣ ਦਾ ਭਾਵੇਂ ਕਹਾਣੀ ਹੈ, ਗੱਲ ਸਮਝਾਉਣ ਵਾਸਤੇ। ਇਸ ਕਰਕੇ ਜੋ ਆਪਾਂ ਸਮਝਿਆ ਸੀ, ਆਓ ਉਸੇ ਨੁਕਤੇ ਤੇ ਫਿਰ ਆ ਜਾਈਏ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਫਰੀਦ ਸਾਹਿਬ ਕਹਿੰਦੇ ਭਾਈ ਉਹੀ ਮਾਲਕ ਦੇ ਦਰ ਦੇ ਫਕੀਰ ਹੈ, ਜੋ ਮਾਲਕ ਦੇ ਦਰ ਤੇ ਕਬੂਲ ਨੇ, ਜੋ ਮਾਲਕ ਨੇ ਆਪਣੇ ਲੜ ਲਾਏ ਹੈ। ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ। ਕਹਿੰਦੇ ਭਾਈ ਜੋ ਸੱਚਮੁੱਚ ਰੱਬ ਨਾਲ ਜੁੜੇ ਨੇ, ਰੱਬ ਦੇ ਦਰ ਦੇ ਫਕੀਰ ਹੈ। ਫਕੀਰ ਘਰ-ਬਾਰ ਛੱਡ ਕੇ ਨਹੀਂ ਬਣਦਾ, ਕਿਤੇ ਭੁਲੇਖਾ ਖਾ ਜਾ ਨਾ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਵਹੇ ਘਰ-ਬਾਰ। ਘਰੇ ਰਹਿੰਦਾ ਵੀ ਕੋਈ ਫਕੀਰ ਹੁੰਦਾ। ਚਲੋ ਤਾਂ ਤੇ ਕਹਿੰਦੇ ਫਿਰ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧੰਨ ਹੈ, ਜੋ ਸੱਚ ਨਾਲ ਜੁੜ ਕੇ। ਤਿੰਨ ਧਨ ਜਨੇਂਦੀ ਮਾਓ, ਮਾਂ ਨੂੰ ਵੀ ਵਡਿਆਈ ਦਿੱਤੀ। ਆਏ ਸਫਲ ਸੇ, ਉਹਨਾਂ ਦਾ ਮਨੁੱਖਾ ਜਨਮ ਚ ਆਉਣਾ ਸਫਲ ਹੈ। ਜਿਨ੍ਹਾਂ ਨੇ ਪ੍ਰਮਾਤਮਾ ਨਾਲ ਆਪਣਾ ਧਿਆਨ ਜੋੜ ਲਿਆ, ਮਾਲਕ ਦੇ ਦਲ ਤੇ ਕਬੂਲ ਹੋ ਗਏ, ਉਹ ਮਨੁੱਖਾ ਜਨਮ ਚ ਆਇਆ ਸਫਲ ਹੋ ਗਿਆ। ਜਨਮ ਦੇਣ ਵਾਲੀ ਮਾਂ ਵੀ ਧੰਨ ਹੋ ਗਈ। ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। ਫਿਰ ਮਾਲਕ ਦੀ ਵਡਿਆਈ ਕਰ ਰਹੇ ਨੇ ਫਰੀਦ ਸਾਹਿਬ। ਮਾਲਕ ਜੀ ਤੁਸੀਂ ਸਾਰਿਆਂ ਦੇ ਪਰਵਦਗਾਰ ਹੋ, ਸਾਰਿਆਂ ਦੇ ਪਾਲਣਹਾਰ ਹੋ, ਸਾਰਿਆਂ ਦੀ ਪਰਵਰਿਸ਼ ਕਰਨ ਵਾਲੇ ਹੋ। ਪਰਵਦਗਾਰ ਅਪਾਰ, ਤੁਹਾਡਾ ਅੰਤ ਪਾਰਾਵਾਰ ਕੋਈ ਨਹੀਂ। ਅਗੰਮ, ਤੁਸੀਂ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦੇ, ਦਿਮਾਗੀ ਪਹੁੰਚ ਤੋਂ ਪਰੇ ਹੋ। ਪਰਵਦਗਾਰ ਅਪਾਰ ਅਗੰਮ ਬੇਅੰਤ ਤੋਂ। ਮਾਲਕ ਜੀ ਤੁਸੀਂ ਬੇਅੰਤ। ਅਗੰਮ ਦੀ ਗੱਲ ਸਮਝਣ ਵਾਸਤੇ ਇੱਕ ਕਹਾਣੀ ਫਿਰ ਪਾ ਦੇਵਾਂ। ਕਹਿੰਦੇ ਕਿਸੇ ਸਮੁੰਦਰ ਦੇ ਕੰਢੇ ਤੇ ਕੋਈ ਫਿਲਾਸਫਰ, ਦਾਰਸ਼ਨਿਕ ਕਹਿ ਲੋ, ਰੱਬ ਬਾਰੇ ਦਿਮਾਗ ਨਾਲ ਸੋਚਦਾ ਜਾਂਦਾ ਹੈ। ਦਿਮਾਗ ਦੇ ਨਾਲ ਰੱਬ ਬਾਰੇ ਸੋਚਦਾ ਜਾਂਦਾ ਹੈ। ਕਹਿੰਦੇ ਕੀ ਹੋਇਆ, ਪ੍ਰਮਾਤਮਾ ਨੇ ਇੱਕ ਕਲਾ ਵਰਤਾ ਦਿੱਤੀ। ਕਹਾਣੀ ਹੈ ਜੀ, ਫਿਰ ਨਾ ਭੁੱਲ ਜਿਓ, ਸਮਝਾਉਣ ਵਾਸਤੇ ਸਟੋਰੀ ਹੈ। ਕਹਿੰਦੇ ਪ੍ਰਮਾਤਮਾ ਨੇ ਇੱਕ ਕਲਾ ਵਰਤਾਈ, ਐਸੀ ਰਚਨਾ ਰਚੀ। ਸਮੁੰਦਰ ਦੇ ਕੰਢੇ ਤੇ ਇੱਕ ਛੋਟਾ ਜਿਹਾ ਬੱਚਾ ਬੈਠਾ ਹੈ, ਛੋਟਾ ਜਿਹਾ ਬੱਚਾ। ਉਹਨੇ ਸਮੁੰਦਰ ਦੇ ਕੰਢੇ ਤੇ ਇੱਕ ਛੋਟਾ ਜਿਹਾ ਟੋਆ ਪੁੱਟ ਛੱਡਿਆ, ਛੋਟਾ ਜਿਹਾ ਟੋਆ, ਛੋਟਾ ਬੱਚਾ। ਤੇ ਉਹ ਛੋਟੇ ਬੱਚੇ ਕੋਲ ਇੱਕ ਛੋਟਾ ਜਿਹਾ ਚਮਚ ਹੈ, ਚਮਚ। ਉਹ ਚਮਚ ਦੇ ਨਾਲ ਨਾ ਸਮੁੰਦਰ ਚੋਂ ਪਾਣੀ ਕੱਢ ਕੱਢ ਕੇ ਟੋਏ ਚ ਪਾਈ ਜਾਂਦਾ ਹੈ। ਜੋ ਦਾਰਸ਼ਨਿਕ ਨੇ ਦੇਖਿਆ, ਪੁੱਛਿਆ, ਕਹਿੰਦੇ ਕਾਕਾ ਕੀ ਕਰਦਾ ਹੈ? ਕਹਿੰਦਾ ਜੀ ਚਮਚ ਨਾਲ ਸਮੁੰਦਰ ਨੂੰ ਖਾਲੀ ਕਰਕੇ ਟੋਏ ਚ ਭਰਨਾ ਹੈ। ਚਮਚ ਨਾਲ ਸਮੁੰਦਰ ਨੂੰ ਖਾਲੀ ਕਰਕੇ ਟੋਏ ਚ ਭਰਦਾ ਹੈ। ਦਾਰਸ਼ਨਿਕ ਹੱਸਿਆ। ਉਹ ਛੋਟਾ ਬੱਚਾ ਕਹਿੰਦਾ ਤੁਸੀਂ ਹੱਸੇ? ਕਹਿੰਦੇ ਹੱਸੇ ਤੇਰੇ ਨਿਆਣਪਣੇ ਤੇ। ਇਹ ਪਹਿਲੀ ਗੱਲ ਤਾਂ ਚਮਚ ਦੇ ਨਾਲ ਕਦੇ ਸਮੁੰਦਰ ਨਹੀਂ ਖਾਲੀ ਹੋਈ। ਕਿੱਥੇ ਚਮਚ, ਕਿੱਥੇ ਸਮੁੰਦਰ, ਕੋਈ ਹੈ ਮੇਲ ਚਮਚ ਦਾ ਤੇ ਸਮੁੰਦਰ ਦਾ? ਕਿੱਥੇ ਇੱਕ ਚਮਚ, ਕਿੱਥੇ ਸਮੁੰਦਰ। ਉਹ ਚਮਚਾਂ ਨਾਲ ਕਦੇ ਸਮੁੰਦਰ ਖਾਲੀ ਹੋਇਆ? ਫਿਰ ਕਿੱਥੇ ਟੋਆ, ਕਿੱਥੇ ਸਮੁੰਦਰ। ਕਦੇ ਟੋਇਆਂ ਦੇ ਵਿੱਚ ਸਮੁੰਦਰ ਭਰੇ ਗਏ, ਉਹ ਵੀ ਚਮਚ ਦੇ ਨਾਲ। ਇਹ ਕਾਕਾ ਫਜ਼ੂਲ ਦਾ ਕੰਮ ਕਰੀ ਜਾਂਦਾ, ਫਜ਼ੂਲ ਦਾ ਕੰਮ ਨਹੀਂ ਕਰੀ ਜਾਂਦਾ, ਛੱਡ ਦੇ। ਇਹਨਾਂ ਕਿਹਾ, ਬੱਚਾ ਕਹਿਣ ਲੱਗਿਆ ਕਿ ਉਹ ਤਾਂ ਖੇਡ ਸੀ ਮਾਲਕ ਦੀ ਜੀ, ਫਜ਼ੂਲ ਦਾ ਕੰਮ ਤੁਸੀਂ ਵੀ ਛੱਡ ਦਿਓ, ਫਜ਼ੂਲ ਦਾ ਕੰਮ ਤੁਸੀਂ ਵੀ ਕਰਦੇ ਹੋ। ਇੱਕਦਮ ਹੈਰਾਨ ਹੋਇਆ ਦਾਰਸ਼ਨਿਕ। ਕਹਿੰਦੇ ਕਾਕਾ ਮੈਂ? ਹਾਂ ਜੀ, ਤੁਸੀਂ ਵੀ ਫਜ਼ੂਲ ਦਾ ਕੰਮ ਕਰਦੇ ਹੋ ਰੋਜ਼। ਉਹ ਹੈਰਾਨ, ਕਹਿੰਦੇ ਕਿਹੜਾ? ਕਹਿੰਦੇ ਤੁਸੀਂ ਪਰਮਾਤਮਾ ਰੂਪੀ ਸਮੁੰਦਰ ਨੂੰ
ਆਪਣੇ ਦਿਮਾਗੀ ਵਿਚਾਰ ਦੇ ਚਮਚ ਨਾਲ ਦਿਮਾਗ ਦੇ ਟੋਏ 'ਚ ਭਰਨ ਨੂੰ ਫਿਰਦੇ ਹੋ। ਕਦੇ ਵਿਚਾਰ ਦੇ ਚਮਚੇ ਨਾਲ ਪ੍ਰਮਾਤਮਾ ਰੂਪੀ ਸਮੁੰਦਰ ਕਿਸੇ ਦਿਮਾਗ ਦੇ ਟੋਏ 'ਚ ਭਰਿਆ? ਬੋਲੋ ਸਤਨਾਮ ਵਾਹਿਗੁਰੂ। ਕਹਿਣ ਦਾ ਭਾਵ ਜਿਹੜੇ ਆਪਣੇ ਨਿੱਜੀ ਵਿਚਾਰ ਹੈ ਇੱਕ ਚਮਚ ਤੋਂ ਵੱਧ ਨਹੀਂ, ਚਮਚ। ਇਸ ਕਰਕੇ ਪ੍ਰਮਾਤਮਾ ਰੂਪੀ ਸਮੁੰਦਰ ਤੇਰੀਆਂ ਫੋਕੀਆਂ ਦਲੀਲਾਂ ਦੇ ਨਾਲ, ਤੇਰੀਆਂ ਫੋਕੀਆਂ ਵਿਚਾਰਾਂ ਦੇ ਨਾਲ ਤੇਰੇ ਦਿਮਾਗ ਦੇ ਟੋਏ 'ਚ ਨਹੀਂ ਭਰ ਸਕਦਾ। ਉਹ ਤਾਂ ਜਿਵੇਂ ਜਿਵੇਂ ਸੱਚੇ ਗਿਆਨ ਦੀ ਸੁਰਤ ਮਚਿਓਰ ਹੁੰਦੀ ਹੈ, ਸੁਰਤ ਮਚਿਓਰ ਹੁੰਦੀ ਹੈ, ਅੰਦਰ ਇੱਕ ਸੁੱਧ ਪੈਦਾ ਹੁੰਦੀ ਹੈ, ਬੁੱਧੀ ਤੋਂ ਅੱਗੇ ਇੱਕ ਕਾਮਨ ਸੈਂਸ ਪੈਦਾ ਹੁੰਦੀ ਹੈ, ਅੰਦਰ ਸੋਝੀ, ਫਿਰ ਮਾਲਕ ਦੀ ਸਮਝ ਆਉਂਦੀ ਹੈ। ਅਗੰਮ ਦਾ ਕੀ ਅਰਥ ਹੈ? ਉਹ ਦਿਮਾਗੀ ਪਕੜ 'ਚ ਨਹੀਂ ਆਉਂਦਾ, ਉਹ ਦਿਮਾਗ ਦੇ ਟੋਏ 'ਚ ਨਹੀਂ ਆਉਂਦਾ। ਇਸ ਕਰਕੇ ਉਹ ਅਗੰਮ ਹੈ, ਦਿਮਾਗੀ ਪਕੜ ਤੋਂ ਪਰੇ ਹੈ। ਰੂਹਾਨੀਅਤ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਾਇੰਸ ਖਤਮ ਹੋ ਜਾਂਦੀ ਹੈ, ਉੱਥੋਂ ਰੂਹਾਨੀਅਤ ਸ਼ੁਰੂ ਹੁੰਦੀ ਹੈ। ਸਾਇੰਸ ਪ੍ਰਕਿਰਤੀ ਦੀ ਖੋਜ ਹੈ ਤੇ ਧਰਮ ਪ੍ਰਮਾਤਮਾ ਦੀ, ਜੋ ਪ੍ਰਕਿਰਤੀ ਦਾ ਰਚਨਹਾਰ ਹੈ। ਇਸ ਕਰਕੇ ਇਹਦੇ ਪਿੱਛੇ ਅਸੀਂ ਗੁਰੂ ਦੇ ਪਿੱਛੇ ਲੱਗਣਾ ਜੀ। ਪ੍ਰਮਾਤਮਾ ਹਮ ਪਿੱਛੇ ਲੱਗ ਚੱਲੀ ਜੀਓ, ਆਪਣੀਆਂ ਨਹੀਂ ਚੱਲਦੀਆਂ। ਸਹਿਸ ਸਿਆਣਪਾਂ ਲੱਖ ਹੋਹੇ ਤੱਕ ਨਾ ਚੱਲੈ ਨਾਲ, ਇੱਕ ਵੀ ਨਹੀਂ ਚੱਲਦੀ ਰੱਬ ਵਾਲੇ ਪਾਸੇ। ਰੱਬ ਵਾਲੇ ਪਾਸੇ ਤਾਂ ਗੁਰੂ ਦੀ ਮੱਤ ਚੱਲਦੀ ਹੈ। ਆਪਣੀ ਮਨਮੱਤ ਛੱਡ ਦਈਏ, ਗੁਰੂ ਦੀ ਮੱਤ ਲੈ ਲਈਏ, ਫਿਰ ਗੱਲ ਬਣ ਜੂ। ਸਤਿਗੁਰ ਕੀ ਜਿਸ ਨੂੰ ਮੱਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਪ੍ਰਮਾਤਮਾ ਦੀ ਯਾਦ ਦੀ ਰੌ ਚੱਲਦੀ ਹੈ। ਜਿਹੜੇ ਗੁਰੂ ਦੀ ਮੱਤ ਲੈ ਲੈਂਦੇ ਆ, ਆਪਣੀ ਮਨਮੱਤ ਛੱਡ ਦਿੰਦੇ ਆ। ਆਓ ਨਾਲ ਨਾਲ ਪੜ੍ਹ ਰਹੇ ਸੀ ਆਪਾਂ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਸ ਹੈ ਕੈਸਾ ਮਾਲਕ ਦਾ। ਫਿਰ ਪੜ੍ਹ ਲਓ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਿਨ੍ਹਾਂ ਨੇ ਉਸ ਸੱਚ ਨੂੰ ਪਛਾਣਿਆ, ਸੱਚ ਇੱਕੋ ਹੀ ਹੈ ਮਾਲਕ ਪ੍ਰਮਾਤਮਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਨ੍ਹਾਂ ਨੇ ਸੱਚ ਨੂੰ ਪਛਾਣਿਆ, ਪ੍ਰਮਾਤਮਾ ਨੂੰ ਪਛਾਣਿਆ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਫਰੀਦ ਸਾਹਿਬ ਕਹਿੰਦੇ ਮੈਂ ਪੈਰ ਚੁੰਮਾ ਉਹਦੇ। ਚੁੰਮਾ ਪੈਰ ਮੂੰਹ ਭਾਵ ਅਰਥ ਕੀ ਹੈ? ਅਤੀ ਸਤਿਕਾਰ ਕਰਨਾ। ਭਾਵ ਅਰਥੀ ਹੁੰਦੇ ਨੇ ਨਾ, ਇਹ ਨਹੀਂ ਤਾਂ ਵੀ ਅੱਖਰੀ ਅਰਥ ਸਮਝੋ ਕਿਤੇ ਵੀ ਸੱਚਮੁੱਚੀ ਯਾਨੀ ਕਿ ਪੈਰਾਂ ਨੂੰ ਮੂੰਹ ਲਾਵਾਂ, ਮੂੰਹ ਦੇ ਨਾਲ ਪੈਰ ਚੁੰਮਣ। ਨਹੀਂ ਨਹੀਂ, ਭਾਵ ਅਰਥ ਹੁੰਦਾ ਸਤਿਕਾਰ ਭਾਵ ਹੋ ਗਿਆ ਇੱਥੇ। ਇਹ ਦੱਸਣਾ ਪੈਂਦਾ ਹੈ। ਜਿਸ ਤਰ੍ਹਾਂ ਬਾਣੀ 'ਚ ਇੱਕ ਥਾਂ ਹੋਰ ਲਿਖਿਆ ਸਤਿਕਾਰ ਭਾਵ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਹੁਣ ਏਦਾਂ ਦੇ ਵਚਨਾਂ ਦੇ ਭਾਵ ਅਰਥ ਹੁੰਦੇ ਨੇ। ਅੱਖਰੀ ਅਰਥ ਕੀ ਬਣ ਗਿਆ? ਕਹਿੰਦੇ ਜੋ ਮਾਲਕ ਦੀ ਗੱਲ ਸੁਣਾਵੇ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਗੁਰੂ ਬਾਬਾ ਜੀ ਕਹਿੰਦੇ ਉਸ ਨੂੰ ਕੀ ਦੇਣਾ ਚਾਹੀਦਾ ਜੋ ਮਾਲਕ ਦੀ ਗੱਲ ਸੁਣਾਵੇ? ਸੀਸ ਵੱਡੇ ਘਰ ਬੈਸਣ ਦੀ ਜਗ੍ਹਾ ਕਹਿੰਦੇ ਉਹਨੂੰ ਸਿਰ ਵੱਢ ਕੇ ਬੈਠਣ ਨੂੰ ਦੇਣਾ ਚਾਹੀਦਾ। ਲਿਖਿਆ ਨਾ ਬਾਣੀ 'ਚ। ਤੇ ਕੀ ਦੇ ਅੱਖਰੀ ਅਰਥ ਕਰਾਂਗੇ ਹੁਣ ਆਪਾਂ? ਅੱਖਰੀ ਅਰਥ ਤਾਂ ਇਹੀ ਬਣ ਗਏ ਕਿ ਏਦਾਂ ਕੋਈ ਦੇ ਸਕਦਾ, ਦੇ ਸਕਦਾ ਦੇ ਦਿਓ। ਫਿਰ ਦੋ ਸ਼ਬਦ ਤਾਂ ਸੁਣਾਤੇ ਪਹਿਲਾਂ ਹੀ। ਲਿਖਿਆ ਬਾਣੀ 'ਚ ਜੋ ਰੱਬ ਦੀ ਗੱਲ ਸੁਣਾਵੇ ਸਿਰ ਵੱਢ ਕੇ ਦੇਣਾ ਚਾਹੀਦਾ, ਦਿਓ ਭਾਈ ਕੋਈ ਨਾ ਕੋਈ। ਫਿਰ ਸੋ ਕਹਿਣ ਦਾ ਭਾਵ ਕੀ ਹੈ? ਹੁਣ ਤੁਸੀਂ ਵੀ ਮੈਨੂੰ ਪਤਾ ਤਾਂ ਇਹ ਗੱਲ ਕੀਤੀ ਹੈ, ਤੁਸੀਂ ਵੀ ਮੰਨ ਜਾਓਗੇ। ਬਹੁਤ ਸਾਡੀਆਂ ਹੁਣ ਮਾਈਆਂ ਭੈਣਾਂ, ਬਹੁਤ ਭਾਈ ਵੀ ਕਹਿਣਗੇ ਹਾਂਜੀ ਭਾਵ ਅਰਥ ਦੱਸੋ, ਅੱਖਰੀ ਅਰਥ ਤਾਂ ਲੋਟ ਨਹੀਂ। ਬੋਲੋ ਸਤਨਾਮ। ਹੁਣ ਮੰਨੋਗੇ ਨਾ ਵੀ ਹਾਂਜੀ ਅੱਖਰੀ ਅਰਥ ਨਹੀਂ। ਇਸ ਕਰਕੇ ਕੀ ਲਿਖਿਆ? ਕਹਿੰਦੇ ਉਹਨੂੰ ਸਿਰ ਵੱਢ ਕੇ ਦੇ ਦਿਓ, ਬੈਠਣ ਵਾਸਤੇ ਮੂੜਾ ਬਣਾ ਦਿਓ ਵੀ ਇਹ ਤੇ ਬਹਿ ਕੇ ਸੁਣਾ ਭਾਈ ਰੱਬ ਦੀ ਗੱਲ। ਸੀਸ ਵੱਡੇ ਘਰ ਬੈਸਣ ਦੀਜੈ। ਅੱਗੇ ਫਿਰ ਹੋਰ ਕਮਾਲ ਦੀ ਗੱਲ ਲਿਖੀ ਹੈ, ਬਿਨ ਸਿਰ ਸੇਵ ਕਰੀਜੈ। ਕਹਿੰਦੇ ਜਦੋਂ ਉਹਨੇ ਸਮਾਪਤੀ ਕਰਤੀ, ਰੱਬ ਦੀ ਗੱਲ ਸੁਣਾ ਹਟਿਆ, ਫਿਰ ਬਿਨਾਂ ਸਿਰ ਤੋਂ ਹੀ ਸੇਵਾ ਕਰਨੀ ਹੈ ਉਹਦੀ। ਕੀ ਹੋ ਸਕਦਾ ਏਦਾਂ? ਦੱਸਿਓ। ਭਾਵ ਇਹ ਤਾਂ ਹੁਣ ਭਾਵ ਅਰਥ ਲੈਣਾ ਹੈ। ਭਾਵ ਕੀ ਹੈ? ਜੋ ਮਾਲਕ ਦੀ ਗੱਲ ਸੁਣਾਵੇ ਉਹਦੇ ਸਾਹਮਣੇ ਹੰਕਾਰ ਰਹਿਤ ਹੋ ਕੇ ਬੈਠਣਾ ਚਾਹੀਦਾ ਹੈ। ਆਪਣੇ ਹੰਕਾਰ ਦਾ ਸਿਰ ਉਹਨੂੰ ਵੱਢ ਕੇ ਦੇ ਦੇਣਾ ਚਾਹੀਦਾ ਹੈ। ਚਾਹੇ ਅਫਸਰ ਹੈ, ਚਾਹੇ ਲੀਡਰ ਹੈ, ਚਾਹੇ ਅਮੀਰ ਹੈ, ਕੋਈ ਹੈ।
ਐਵੇਂ ਅਮੀਰੀ ਭਾਵ ਚ, ਲੀਡਰੀ ਭਾਵ, ਆਸਰੀ ਭਾਵ ਚ ਨਾ ਬੈਠੀ। ਇਹ ਸਿਰ ਵੱਢ ਕੇ ਉਹਨੂੰ ਦੇ ਦੇ, ਤੇਰੇ ਹੰਕਾਰ ਦੇ ਸਿਰ ਤੇ ਬੈਠ ਕੇ ਤੈਨੂੰ ਸੁਣਾਉਂਗਾ ਰੱਬ ਦੀ ਗੱਲ। ਬੋਲੋ ਸਤਨਾਮ। ਭਾਵ ਅਰਥੀ ਹੋ ਸਕਦਾ, ਭਾਵ ਕਿ ਜਦੋਂ ਪ੍ਰਮਾਤਮਾ ਦੀ ਗੱਲ ਸੁਣਨ ਆਈਏ ਨਾ ਗੁਰੂ ਦੇ ਦਰ ਤੇ, ਹੰਕਾਰ ਰਹਿਤ ਹੋ ਕੇ ਆਈਏ, ਈਗੋਲੈਸ ਹੋ ਕੇ ਆਈਏ, ਆਪਣਾ ਹੰਕਾਰ ਦਾ ਸਿਰ ਵੱਢ ਕੇ ਦੇ ਦੇ, ਭਾਵ ਹੋ ਗਿਆ। ਤੇ ਬਾਅਦ ਵਿੱਚ ਸੇਵਾ ਵੀ ਹੰਕਾਰ ਰਹਿਤ ਹੋ ਕੇ ਕਰ। ਐ ਨਾ ਸੋਚਿਆ ਕਰ ਮੈਡਾ ਅਫਸਰ ਮੈਂ ਕੀ ਚੰਗਾ ਲੱਗਦਾ ਲੋਕਾਂ ਦੇ ਭਾਂਡੇ ਚੱਕਦਾ, ਮੈਡੇ ਤਕੜੇ ਘਰ ਦੀ ਨੂੰਹ ਧੀ ਮੈਂ ਚੰਗੀ ਲੱਗਦੀ ਆ ਰੋਹਨ ਤੇ ਪ੍ਰਸ਼ਾਦੇ ਬਣਾਉਂਦੀ। ਇਹ ਨਾ ਸੋਚਿਆ ਕਰ, ਹੰਕਾਰ ਰਹਿਤ ਹੋ ਕੇ ਬਿਨਾਂ ਸਿਰ ਤੋਂ ਸੇਵਾ ਹੁੰਦੀ ਹੈ। ਬੋਲੋ ਸਤਨਾਮ। ਭਾਵ ਅਰਥ ਹੁੰਦੇ ਆ, ਜਿਵੇਂ ਬਾਣੀ ਚ ਵਚਨ ਆਉਂਦੇ ਆ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਲ ਤਲੀ ਗਲੀ ਮੇਰੀ। ਕਹਿੰਦੇ ਮੇਰੀ ਗਲੀ ਵਿੱਚ ਤਾਂ, ਮੇਰੇ ਦਰ ਤੇ ਤਾਂ ਗੁਰੂ ਜੀ ਕਹਿੰਦੇ ਸਿਰ ਤਲੀ ਤੇ ਰੱਖ ਕੇ ਲੈ ਕੇ ਆਏ, ਫਿਰ ਆਪਾਂ ਹੀ ਆ ਜਾਣੇ। ਭਾਵ ਅਰਥ ਕੀ ਹੈ? ਇਹ ਸੱਚ ਰਾਹ ਤੇ ਤੁਰਨਾ ਤਾਂ ਸਰੀਰ ਤੋਂ ਸੱਚ ਨੂੰ ਵੱਧ ਪਿਆਰ ਕਰ। ਬੋਲੋ ਸਤਨਾਮ। ਸਰੀਰ ਨਾਲੋਂ ਸੱਚ ਨੂੰ ਵੱਧ ਪਿਆਰ ਕਰਨਾ ਹੀ ਸੀਸ ਤਲੀ ਤੇ ਧਰਨਾ ਹੈ। ਭਾਵ ਅਰਥ ਹੁੰਦੇ ਆ। ਇਸ ਕਰਕੇ ਚਲੋ, ਇਸ ਕਰਕੇ ਚੁੰਮਾ ਪੈਰ ਮੂੰਹ ਦਾ ਆਪਾਂ ਭਾਵ ਸਮਝ ਲਿਆ ਵੀ ਮੈਂ ਅਤੀ ਸਤਿਕਾਰ ਕਰਾਂ, ਭਾਵ ਅਰਥ ਹੈ ਇਹ ਪਿਆਰ ਭਾਵ ਦੀ ਸ਼ਬਦਾਵਲੀ ਹੈ। ਇਹਨੇ ਰੱਬ ਨੂੰ ਪਛਾਣ ਲਿਆ, ਸੱਚ ਨੂੰ ਪਛਾਣ ਲਿਆ, ਪੈਰ ਚੁੰਮਾ ਭਾਵ ਬਹੁਤ ਸਤਿਕਾਰ ਕਰਨਾ, ਸੱਚ ਨੂੰ ਪਛਾਣ ਲਿਆ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਕਿਤੇ ਕਬੀਰ ਸਾਹਿਬ ਜੀ ਨੇ ਸਤਿਕਾਰ ਦੀ ਗੱਲ ਏਦਾਂ ਵੀ ਕੀਤੀ ਹੈ ਬਾਣੀ ਚ, ਹੋਰ ਤਸੱਲੀ ਹੋ ਜਾਓ ਤੁਹਾਡੀ, ਉਹ ਸ਼ਲੋਕ ਵੀ ਪੜ੍ਹ ਲਓ। ਕਬੀਰ ਸੁਪਨੇ ਹੂੰ ਬਰੜਾਏ ਕੈ, ਸੁਪਨੇ ਹੂੰ ਬਰੜਾਏ ਕੈ, ਸੁਪਨੇ ਹੂੰ ਬਰੜਾਏ ਕੈ, ਜੇ ਮੁਕ ਨਿਕਸੈ ਰਾਮ, ਸੁਪਨੇ ਹੂੰ ਬਰੜਾਏ ਕੈ, ਸੁਪਨੇ ਹੂੰ ਬਰੜਾਏ ਕੈ, ਜੇ ਮੁਕ ਨਿਕਸੈ पग की पान नहीं, आगे पग की पान नहीं, आगे पग की पान नहीं, मेरे तन को चाम, आगे पग की पान नहीं, आगे पग की पान नहीं, मेरे तन को चाम, आगे पग की पान ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਸੁਪਨੇ ਦੇ ਵਿੱਚ ਬਰੜਾਉਂਦਿਆਂ ਵੀ ਮੂੰਹ ਦੇ ਵਿੱਚੋਂ ਰੱਬ ਦਾ ਨਾਂ ਆ ਜੇ ਰਸਨਾ ਤੋਂ, ਕਬੀਰ ਸੁਪਨੇ ਹੂੰ ਬਰੜਾਏ ਕੈ। ਜਦੋਂ ਕੋਈ ਸੁਪਨੇ 'ਚ ਬੋਲਦਾ ਹੈ ਉਹਨੂੰ ਆਪਾਂ ਬਰੜਾਉਣਾ ਹੀ ਕਹਿੰਦੇ ਆ ਨਾ, ਹੁੰਦਾ ਤਾਂ ਬੋਲਦਾ ਹੀ ਆ ਨਾ। ਜਦੋਂ ਕੋਈ ਨੀਂਦ 'ਚ ਬੋਲਦਾ ਆਪਾਂ ਕਹਿੰਦੇ ਨੇ ਤੂੰ ਰਾਤ ਬਰੜਾਈ ਜਾਂਦਾ ਸੀ, ਠੇਠ ਪੰਜਾਬੀ ਆ ਨਾ। ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਕ ਨਕਸੈ ਰਾਮ, ਕਹਿੰਦੇ ਜਿਹਦੇ ਮੂੰਹ ਚੋਂ ਰਾਮ ਨਿਕਲ ਜੇ। ਤਾਕੇ ਪੱਗ ਕੀ ਪਨਹੀ ਮੇਰੇ ਤਨ ਕੋ ਚਾਮ, ਕਹਿੰਦੇ ਉਹਦੇ ਪੈਰ ਦੀ ਜੁੱਤੀ ਬਣਾਉਣ ਵਾਸਤੇ ਕਬੀਰ ਸਾਹਿਬ ਕਹਿੰਦੇ ਮੇਰਾ ਚੰਮ ਵਰਤ ਲਓ, ਮੇਰੇ ਚੰਮ ਦੀਆਂ ਜੁੱਤੀਆਂ ਬਣਾ ਕੇ ਉਹਦੇ ਪੈਰਾਂ 'ਚ ਪਾ ਦਿਓ। ਬੋਲੋ ਸਤਨਾਮ। ਭਾਵ ਕੀ ਹੈ? ਇਹ ਕਾਂ ਭਾਸ਼ਾ ਹੈ, ਪੋਇਟਰੀ ਦੇ ਵਿੱਚ ਹੈ ਗੁਰਬਾਣੀ। ਮਨੁੱਖੀ ਚੰਮ ਦੀਆਂ ਜੁੱਤੀਆਂ ਨਹੀਂ ਬਣਦੀਆਂ, ਨਾ ਕਦੇ ਕਿਸੇ ਨੇ ਮਨੁੱਖੀ ਚੰਮ ਦੀਆਂ ਜੁੱਤੀਆਂ ਬਣਾਈਆਂ ਨਾ ਪਾਈਆਂ। ਗੱਲ ਸਮਝਣ ਦੀ ਕੋਸ਼ਿਸ਼ ਕਰੋ। ਇਹ ਕੀ ਹੈ? ਇਹ ਕਾਂ ਭਾਸ਼ਾ ਹੈ, ਗੁਰਬਾਣੀ ਪੋਇਟਰੀ ਦੇ ਵਿੱਚ ਹੈ। ਤਾਂ ਤੇ ਹੁਣ ਸੁਪਨੇ ਹੋ ਬਰੜਾਏ ਕੈ ਦਾ ਭਾਵ ਕੀ ਹੈ? ਜਦੋਂ ਆਪਾਂ ਸੌਂ ਜਾਂਦੇ ਹਾਂ ਸੁਚੇਤ ਮਨ ਨਾਲ ਹੀ ਸੌਂ ਜਾਂਦਾ ਸਰੀਰ ਦੇ, ਅਚੇਤ ਮਨ ਕੰਮ ਕਰਦਾ ਹੈ। ਜੇ ਜੀਵ ਤੋਂ ਰਾਮ ਨਿਕਲਿਆ ਤਾਂ ਇਹਦਾ ਮਤਲਬ ਪ੍ਰਮਾਤਮਾ ਦੀ ਯਾਦ ਮਨ ਦੇ ਗਹਿਰੇ ਤਲ ਤੇ ਵਸੀ ਹੋਈ ਹੈ। ਬੋਲੋ ਸਤਨਾਮ। ਭਾਵ ਜਿਹਦੇ ਅਚੇਤ ਤੱਕ ਪ੍ਰਮਾਤਮਾ ਦੀ ਯਾਦ ਵਸੀ ਹੋਈ ਹੈ, ਭਾਵ ਅਰਥ ਹੋ ਗਿਆ ਹੁਣ ਅਚੇਤ ਤੱਕ ਜਿਹਦੇ ਪ੍ਰਮਾਤਮਾ ਦੀ ਯਾਦ ਵਸੀ ਹੈ। ਕਬੀਰ ਸਾਹਿਬ ਜੀ ਕਹਿੰਦੇ ਜਿਹਦੇ ਮਨ ਦੇ ਗਹਿਰੇ ਤਲ ਤੱਕ ਰੱਬ ਦੀ ਯਾਦ ਵਸ ਗਈ, ਮੈਂ ਉਹਦਾ ਬਹੁਤ ਸਤਿਕਾਰ ਕਰਦਾ। ਸ਼ਲੋਕ ਦਾ ਭਾਵ ਇਹ ਹੈ।
ਉਹਦਾ ਮੈਂ ਅਤੀ ਸਤਿਕਾਰ ਕਰਦਾ। ਮੇਰੀ ਤਾਂ ਇੱਛਾ ਹੈ ਮੇਰੀ ਚੰਮ ਦੀਆਂ ਜੁੱਤੀਆਂ ਬਣਾ ਕੇ ਉਹਦੇ ਪੈਰਾਂ 'ਚ ਪਾ ਦਿਓ, ਜਿਹਦੇ ਮਨ 'ਚ ਰੱਬ ਵਸ ਗਿਆ। ਬੋਲੋ ਸਤਿਨਾਮ। ਭਾਵ ਹੈ। ਚਲੋ ਆਓ, ਮੇਰਾ ਖਿਆਲ ਸਾਰਿਆਂ ਦੀ ਗੱਲ ਪਕੜ 'ਚ ਆ ਗਈ। ਏਦਾਂ ਗੁਰਬਾਣੀ ਦੇ ਕਾਂ ਭਾਸ਼ਾ ਦੇ ਅਰਥਾਂ ਨੂੰ ਸਮਝਣਾ ਹੁੰਦਾ ਸੀ ਵੀ ਭਾਵ ਅਰਥ ਕੀ ਹੈ। ਤਾਂ ਤੇ ਇਧਰ ਸ਼ੇਖ ਫਰੀਦ ਸਾਹਿਬ ਕਹਿੰਦੇ, ਪਰਵਤਗਾਰ ਅਪਾਰ ਅਗੰਮ ਬੇਅੰਤ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੋਹ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਇਹ ਪਨਾਹ ਪਾਠ ਕਰਨਾ ਹੈ। ਕਈ ਇੱਥੇ ਵੀ ਵੀਰ ਪਾਠ ਕਰਨਾ, ਪਨਹਾ ਕੋਈ ਪਾਠ ਨਹੀਂ। ਪਨਾਹ ਜਿਵੇਂ ਗੁਨਾਹ ਪਾਠ ਹੁੰਦਾ ਨਾ, ਗੱਗੇ ਨੂੰ ਕਣਨਾ ਹਾ ਗੁਨਾਹ, ਇਹ ਪਨਾਹ ਓਟ ਪਨਾਹ, ਆਪਾਂ ਕਹਿੰਦੇ ਪਨਾਹ ਲੈਣੀ, ਓਟ ਲੈਣੀ। ਸ਼ੇਖ ਫਰੀਦ ਸਾਹਿਬ ਕਹਿੰਦੇ, ਮਾਲਕ ਜੀ ਤੇਰੀ ਹੋਈ ਓਟ ਹੈ ਮਸ ਮੈਨੂੰ ਤਾਂ, ਤੇਰੀ ਪਨਾਹ ਖੁਦਾਏ। ਖੁਦਾ ਜੀ ਮਾਲਕ ਜੀ ਤੇਰੀ ਹੀ ਓਟ ਹੈ ਬਸ, ਤੂੰ ਬਖਸ਼ੰਦਗੀ। ਬਸ ਇਹ ਸਾਰੀ ਬਖਸ਼ਿਸ਼ ਤੁਸੀਂ ਹੀ ਕਰਨ ਵਾਲੇ ਹੋ, ਤੁਸੀਂ ਉਹ ਸਾਰੀ ਬਖਸ਼ਿਸ਼ ਕੀਤੀ ਹੈ, ਤੂੰ ਬਖਸ਼ੰਦਗੀ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਕਿਰਪਾ ਕਰ ਫਰੀਦ ਨੂੰ ਆਪਣੀ ਬੰਦਗੀ ਦਾ ਖੈਰ ਪਾ ਦੇ। ਤੇਰੇ ਦਰ ਦਾ ਮੰਗਤਾ ਹਾਂ ਤੇ ਖੈਰ ਤੇ ਇੱਥੋਂ ਮੰਗਦਾ ਹਾਂ ਬੰਦਗੀ ਦਾ। ਬੰਦਗੀ ਦਾ, ਬੰਦਗੀ ਦੀ ਖੈਰੀ ਮੰਗਣੀ ਹੈ ਨਾ। ਸੁਖਮਨੀ ਸਾਹਿਬ ਵੀ ਪੜ੍ਹਦੇ ਹਾਂ, ਸ਼ਲੋਕ ਵੀ ਪੜ੍ਹ ਲਓ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਇਹੀ ਖੈਰ ਮੰਗੀ ਹੈ। ਕਿਤੇ ਵਣ ਚ ਤਰਲਾ ਵੀ ਕੀਤਾ ਹੋਇਆ ਹੈ। ਤਰਲਾ ਕਿਦਾਂ ਕਿਹਾ? ਹਾ ਹਾ, ਸੁਰਤ ਘਰ ਚ ਬਾਣੀ ਪੜ੍ਹਨੀ, ਏਦਾਂ ਹੀ ਲਿਖਿਆ ਹੋਇਆ ਪਹਿਲਾਂ। ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਿਸ਼ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਜਿਵੇਂ ਹੱਥ ਖੜੇ ਕਰੀਏ ਨਾ, ਤਰਲਾ ਏਦਾਂ ਵੀ ਮਾਲਕ ਜੀ ਕਿਰਪਾ ਕਰੋ, ਰੱਖ ਲਓ। ਮੇਰੇ ਵਿੱਚ ਕਿੱਥੇ ਤਾਕਤ ਹੈ ਮੈਂ ਤੁਹਾਨੂੰ ਯਾਦ ਕਰ ਲਵਾਂ, ਤੁਸੀਂ ਆਪਣੀ ਯਾਦ ਆਪ ਹੀ ਬਖਸ਼ ਦਿਓ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹਾ ਮੇਰੇ 'ਚ ਕਿੱਥੇ ਤਾਕਤ ਹੈ ਮੈਂ ਯਾਦ ਕਰ ਲਵਾਂ ਉਹਨੂੰ। ਹਾਂ ਕਿੱਥੇ ਹਾ, ਸਿੱਧੇ ਪਿਆਰੇ ਅਰਥ ਨਹੀਂ ਬਾਣੀ ਦੇ, ਸੁਰਤ ਘਰ ਜਾ ਕੇ ਪੜੋ ਬਾਣੀ। ਜਿਸ ਤਰ੍ਹਾਂ ਮਾਲਕ ਨੂੰ ਕਹਿ ਰਹੇ ਰੱਬ ਦੀ ਬਾਣੀ ਰੱਬ ਦੀ ਹਜ਼ੂਰੀ 'ਚ ਪੜ੍ਹਨੀ ਹੁੰਦੀ ਹੈ। ਤਰਲਾ ਕਿਹਦੇ ਅੱਗੇ ਲੈ ਰਹੇ ਹਨ? ਜੋ ਮਾਲਕ ਦੇ ਹਾਜ਼ਰ ਹੈ, ਮਾਲਕ ਦੀ ਬਾਣੀ ਤਾਂ ਹੀ ਮਾਲਕ ਅੱਗੇ, ਹੋਰ ਕਿਹਦੇ ਅੱਗੇ? ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਿਛ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦਿਓ। ਅਸਾਂ ਜੋਰ ਕਿਛ ਨਾਹੀ, ਜੇ ਕਿਛ ਕਰ ਹਮ ਸਾਕ ਹਾਂ, ਜਿਉ ਭਾਵੈ ਤਿਵੈ ਬਖਸ਼। ਇਹ ਤਰਲਾ ਇਹਦਾ ਸ਼ੇਖ ਫਰੀਦ ਸਾਹਿਬ ਜੀ ਨੇ ਵੀ ਇਹੀ ਮੰਗ ਮੰਗੀ ਹੈ, ਆਪਾਂ ਨੂੰ ਸਿਖਾਇਆ। ਤੇਰੀ ਪਨਾਹ ਖੁਦਾਈ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਮੈਨੂੰ ਮੰਗਤੇ ਨੂੰ ਆਪਣੀ ਬੰਦਗੀ ਦਾ ਖੈਰ ਪਾ ਦੇ। ਸ਼ਬਦ ਦੀ ਵਿਚਾਰ ਸੰਪੂਰਨ ਪ੍ਰਮਾਤਮਾ ਜੀ ਦੀ ਸਰਬ ਵਿਆਪਕਤਾ ਦਾ ਇੱਕ ਸ਼ਬਦ ਸੰਖੇਪ ਚ ਪੜ੍ਹ ਕੇ ਫਿਰ ਸਮਾਪਤੀ। ਆਪੇ ਬਾਹ
ਬਹੁ ਬੇਦ ਰੰਗੋਲਾ ਸਖੀਏ ਮੇਰਾ ਲਾਲ ਆਪੀ ਵਪ ਬੇਤ ਰੰਗਲਾ ਸਖੀਏ ਮੇਰਾ ਲਾਲ ਆਪੇ ਬਹੁ ਬੇਦ
ਪੌੜੀਆਂ ਪੜ੍ਹ, 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰ ਸਮਾਪਤੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰ ਤਾ ਪਾਇਆ ਸਹਿਜ ਪ੍ਰੀਤੀ ਆਨੰਦ ਜੀਆਂ ਬਤਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ। ਕਾਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਰੇ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਨਾ। ਸਭਨਾ ਗੱਲਾਂ ਸਭ ਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ। ਕਾਹੇ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਆਸਾ ਤੇਰਾ ਸਭ ਕਿਛ ਹੈ ਜਿਸ ਦੀ ਹੀ ਸੁਭਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਚੇ ਸ਼ਬਦ ਪਨੀਰੇ। ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ। ਨਾਮ ਮੇਰਾ ਅਧਾਰੂ ਨਾਮ ਅਧਾਰ ਮੇਰਾ ਜਿਣ ਭੁੱਖਾ ਸਭ ਗਵਾਈਆਂ। ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਗੁਰਵਾਨ ਕੀਤਾ ਗੁਰਵਟ ਹੋ ਜਿਸ ਦੀਆਂ ਹੀ ਵਡਿਆਈਆਂ। ਕਾਹੇ ਨਾਨਕ ਸੁਣ ਹੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ। ਨਾਮ ਮੇਰਾ ਅਧਾਰੂ ਬਾਜੀ ਪੰਜ ਸ਼ਬਦ ਸਿੱਖ ਕਾਰਜ ਪਾਕੈ। ਪਾਰਸ ਪਾਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਪਰਵਸ ਕੀਤੀ ਕਾਲ ਕੰਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾ